ਰਾਤ ਅੱਧੀ ਤੋਂ ਵੱਧ ਬੀਤ ਗਈ ਸੀ ਜਦੋਂ ਹੈਕਰਾਂ ਨਾਲ ਸੌਦਾ ਤੈਅ ਹੋਇਆ। ਹੈਕਰਾਂ ਨੇ ਆਪਣੀ ਦੁਕਾਨ ਬੰਦ ਕਰ ਦਿੱਤੀ। ਬਰਡ ਤੇ ਟੋਨੀ ਸਾਰੀ ਦੀ ਸਾਰੀ ਜਾਣਕਾਰੀ ਸਾਂਝੀ ਕਰਦੇ ਰਹੇ। ਕੰਪਨੀ ਨੂੰ ਬਲੈਕਮੇਲ ਕਰਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ। ਉਹਨਾਂ ਨੇ ਕੰਪਨੀ ਦੇ ਡਾਇਰੈਕਟਰ ਨੂੰ ਸਾਫ਼-ਸਾਫ਼ ਆਪਣੇ ਬਾਰੇ ਦੱਸ ਦਿੱਤਾ। ਡਾਇਰੈਕਟਰ ਨੇ ਉਹਨਾਂ ਨੂੰ ਕੰਪਨੀ ਵੱਲੋਂ ਬਣਦੇ ਸਰਦੇ ਪੈਸੇ ਦੇ ਦਿੱਤੇ ਤੇ ਅੱਗੇ ਤੋਂ ਕੰਪਨੀ ਨੇ ਲੋੜ ਪੈਣ ਤੇ ਉਹਨਾਂ ਦੀਆਂ ਸੇਵਾਵਾਂ ਲੈਣ ਦਾ ਵਾਅਦਾ ਵੀ ਕਰ ਲਿਆ। ਹੈਕਰਾਂ ਕੋਲੋਂ ਉਹਨਾਂ ਨੂੰ ਕੁਝ ਮਿਲਣ ਦੀ ਉਮੀਦ ਨਹੀਂ ਸੀ ਤੇ ਨਾ ਹੀ ਕੁਝ ਮਿਲਿਆ, ਪਰ ਅੱਗੇ ਤੋਂ ਉਹਨਾਂ ਲੋਕਾਂ ਨੂੰ ਆਪਣਾ ਫਿਕਰ ਵੀ ਪੈ ਗਿਆ। ਇਸ ਸਫਲਤਾ ਦੀ ਖੁਸ਼ੀ ਵਿੱਚ ਟੋਨੀ ਨੇ ਕੈਲੀ ਨੂੰ ਬੁਲਾਇਆ, ਉਸ ਨਾਲ ਆਪਣੀ ਕਾਮਯਾਬੀ ਸਾਂਝੀ ਕੀਤੀ। ਸ਼ਾਮ ਦਾ ਖਾਣਾ ਖਾਸ ਰੈਸਟੋਰੈਂਟ ਵਿੱਚ ਖਿਲਾਉਣ ਦਾ ਉਸਨੇ ਪਹਿਲਾਂ ਹੀ ਮਨ ਬਣਾਇਆ ਹੋਇਆ ਸੀ। ਕੈਲੀ, ਅੱਜ ਮੈਂ ਤੈਨੂੰ ਇਹੋ ਜਿਹੇ ਰੈਸਟੋਰੈਂਟ ਵਿੱਚ ਲੈ ਕੇ ਜਾਣਾ ਜਿੱਥੇ ਇਸ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਤੈਨੂੰ ਸਰਵ ਕਰੇਗੀ। ਟੋਨੀ, ਗੱਪ ਥੋੜੀ ਜਿਹੀ ਛੋਟੀ ਹੁੰਦੀ ਤਾਂ ਮੈਂ ਮੰਨ ਲੈਣਾ ਸੀ, ਪਰ ਤੇਰੀ ਗੱਪ ਬਾਹਲੀ ਵੱਡੀ ਹੈ। ਉਹ ਹੱਸਦੇ ਹੱਸਦੇ ਗੱਲਾਂ ਕਰਦੇ ਕਾਰ ਵਿੱਚ ਕੋਬਹਮ ਨਾਂ ਦੇ ਸਰੀ ਕਾਉਂਟੀ ਵਿੱਚ ਸਥਿਤ ਪਿੰਡ ਨੂੰ ਚੱਲ ਪਏ। ਕੈਲੀ ਨੂੰ ਤਾਂ ਇਸ ਏਰੀਏ ਦਾ ਪਤਾ ਨਹੀਂ ਸੀ। ਉਹ ਪੇਂਡੂ ਇਲਾਕਾ ਵੇਖ ਕੇ ਬਹੁਤ ਹੈਰਾਨੀ ਭਰੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਸੀ। ਟੀ ਟਰੇਸ ਨਾਮ ਦੇ ਰੈਸਟੋਰੈਂਟ ਵਿੱਚ ਗਏ ਤਾਂ ਇਹ ਬਹੁਤ ਹੀ ਵੱਖਰੀ ਕਿਸਮ ਦਾ ਰੈਸਟੋਰੈਂਟ ਸੀ। ਇੱਕ ਰੋਬੋਟ ਜਿਸ ਦੀ ਸ਼ਕਲ ਯੂਕੇ ਦੀ ਸਾਬਕਾ ਪ੍ਰਧਾਨ ਮੰਤਰੀ ਨਾਲ ਮਿਲਦੀ ਸੀ ਉਹਨਾਂ ਨੂੰ ਜੀ ਆਇਆਂ ਕਿਹਾ। ਉਹਨਾਂ ਲਈ ਬੁੱਕ ਕੀਤੇ ਟੇਬਲ ਨੰਬਰ ਤੇ ਲੈ ਗਈ ਤੇ ਆਰਡਰ ਲੈ ਕੇ ਕਾਊਂਟਰ ਤੇ ਛੱਡ ਦਿੱਤਾ। ਕੁਝ ਦੇਰ ਬਾਅਦ ਇੱਕ ਹੋਰ ਵੇਟਰ ਨੇ ਆਰਡਰ ਵਾਲੀ ਟਰੇ ਉਸ ਨੂੰ ਫੜਾ ਦਿੱਤੀ ਤੇ ਰੋਬੋਟ ਜਿਸ ਦਾ ਨਾਮ ਟਰੀਜ਼ਾ ਸੀ ਟਰੇ ਉਹਨਾਂ ਦੇ ਟੇਬਲ ਤੱਕ ਲੈ ਗਈ। ਖਾਣਾ ਖਾਂਦਿਆਂ ਉਹ ਟਰੀਜ਼ਾ ਦੇ ਪ੍ਰਧਾਨ ਮੰਤਰੀ ਹੋਣ ਤੇ ਖਾਣਾ ਸਰਵ ਕਰਨ ਤੇ ਬਹਿਸ ਕਰਦੇ ਹੱਸਦੇ ਰਹੇ। ਸੁਹਾਣੀ ਸ਼ਾਮ ਤੋਂ ਬਾਅਦ ਉਹ ਘਰ ਆ ਗਏ। ਟੋਨੀ ਦੇ ਮਨ ਵਿੱਚ ਹੋਰ ਵੀ ਬਹੁਤ ਕੁਝ ਸੀ ਜਿਸ ਬਾਰੇ ਉਸਨੇ ਕੈਲੀ ਨਾਲ ਕੋਈ ਗੱਲ ਨਾ ਕੀਤੀ। ਕੈਲੀ ਦੇ ਜਾਣ ਬਾਅਦ ਟੋਨੀ ਨੇ ਬਰਡ ਨੂੰ ਈਮੇਲ ਭੇਜੀ ਜਿਸ ਵਿੱਚ ਉਸਨੇ ਫਿਊਚਰ ਲਿਵਿੰਗ ਕੰਪਨੀ ਨਾਲ ਹੋਈ ਗੱਲਬਾਤ ਲਿਖੀ। ਉਸਨੇ ਇਸ ਕੰਪਨੀ ਦੀ ਇੱਕ ਦੁਕਾਨ ਨੂੰ ਪੂਰੀ ਤਰ੍ਹਾਂ ਨਾਲ ਕੰਪਿਊਟਰਾਈਜ਼ ਕਰਨਾ ਸੀ ਜਿਸ ਵਿੱਚ ਕਿਸੇ ਕਾਮੇ ਦੀ ਲੋੜ ਹੀ ਨਾ ਹੋਵੇ। ਉਸਨੇ ਡਿਜੀਟਲ ਟੈਕਨੋਲੋਜੀ ਵਰਤ ਕੇ ਦੁਕਾਨ ਦਾ ਪੂਰਾ ਖਾਕਾ ਤਿਆਰ ਕੀਤਾ ਜੋ ਇੰਜ ਲੱਗਦਾ ਸੀ ਜਿਵੇਂ ਦੁਕਾਨ ਸਕਾਰ ਵੇਖਣ ਵਾਲੇ ਦੇ ਸਾਹਮਣੇ ਹੋਵੇ। ਦਰਵਾਜ਼ੇ ਦੇ ਅੰਦਰ ਲੰਘਦਿਆਂ ਗਾਹਕ ਨੂੰ ਆਪਣਾ ਬੈਂਕ ਕਾਰਡ ਸਕੈਨ ਕਰਨਾ ਪੈਂਦਾ ਸੀ ਤੇ ਉਸ ਤੋਂ ਬਾਅਦ ਦੁਕਾਨ ਦਾ ਦਰਵਾਜ਼ਾ ਖੁੱਲ ਜਾਂਦਾ। ਸ਼ਾਪਿੰਗ ਵਾਲੀ ਟੋਕਰੀ ਵਿੱਚ ਗਾਹਕ ਲੋੜ ਅਨੁਸਾਰ ਚੀਜ਼ਾਂ ਰੱਖੀ ਜਾਂਦਾ। ਸਾਰੀਆਂ ਲਾਈਨਾਂ ਵਿੱਚੋਂ ਲੰਘ ਕੇ ਜਦ ਗਾਹਕ ਬਾਹਰ ਨਿਕਲਣ ਲੱਗਦਾ ਤਾਂ ਸਕੈਨਰ ਉਸ ਦੀ ਟੋਕਰੀ ਵਿੱਚ ਪਈਆਂ ਚੀਜ਼ਾਂ ਨੂੰ ਸਕੈਨ ਕਰ ਲੈਂਦਾ ਤੇ ਪੈਸੇ ਉਸ ਦੇ ਕਾਰਡ ਵਿੱਚੋਂ ਚਾਰਜ ਹੋ ਜਾਂਦੇ। ਜਦ ਪੈਸੇ ਦਾ ਭੁਗਤਾਨ ਹੋ ਜਾਂਦਾ ਤਾਂ ਬਾਹਰ ਨਿਕਲਣ ਵਾਲਾ ਦਰਵਾਜ਼ਾ ਖੁੱਲ ਜਾਂਦਾ। ਕਿਸੇ ਚੋਰੀ ਦਾ ਵੀ ਕੋਈ ਡਰ ਨਹੀਂ ਸੀ, ਸਟਾਫ ਦੀ ਵੀ ਲੋੜ ਨਹੀਂ ਸੀ। ਫਿਊਚਰ ਲਿਵਿੰਗ ਕੰਪਨੀ ਨੇ ਟੋਨੀ ਨੂੰ ਆਰਡਰ ਦੇ ਦਿੱਤਾ ਸੀ। ਉਹ ਬਰਡ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਸੀ। ਟੈਕਨੋਲੋਜੀ ਵਿੱਚ ਬਰਡ ਦੇ ਲਿੰਕ ਵੱਧ ਸਨ। ਜਦ ਉਸਨੇ ਕੈਲੀ ਨੂੰ ਆਪਣੇ ਇਸ ਕੰਟਰੈਕਟ ਬਾਰੇ ਦੱਸਿਆ ਤਾਂ ਉਹ ਹੈਰਾਨ ਹੋਈ ਤੇ ਖੁਸ਼ ਵੀ, ਪਰ ਉਹ ਰੰਧਾਵੇ ਬਾਰੇ ਭੁੱਲਿਆ ਨਹੀਂ ਸੀ। ਇਸ ਵੇਲੇ ਸਕਾਟ ਦੀ ਰਿਪੋਰਟ ਦੀ ਐਡੀਟਿੰਗ ਵਿੱਚ ਖੁੱਭਿਆ ਹੋਇਆ ਸੀ। ਨਾਜ਼ਰ ਵਾਰ-ਵਾਰ ਦੁਕਾਨ ਦੇ ਬੂਹੇ ਵੱਲ ਵੇਖਦਾ। ਗਾਹਕ ਤਾਂ ਅੰਦਰ ਆਉਂਦੇ ਰਹਿੰਦੇ ਪਰ ਉਸਨੂੰ ਉਡੀਕ ਸ਼ੇਰੇ ਦੀ ਸੀ। ਸ਼ੇਰੇ ਦੀ ਸਜ਼ਾ ਪੂਰੀ ਹੋ ਗਈ ਸੀ। ਨਾਜ਼ਰ ਨੇ ਤਾਂ ਉਸਨੂੰ ਜੇਲ੍ਹ ਤੋਂ ਹੀ ਨਾਲ ਲੈ ਕੇ ਜਾਣ ਲਈ ਕਿਹਾ ਸੀ ਪਰ ਸ਼ੇਰੇ ਨੇ ਉਸਨੂੰ ਰੋਕ ਦਿੱਤਾ। ਉਸਨੇ ਲੰਡਨ ਤੋਂ ਹੀ ਆਉਣਾ ਸੀ ਤੇ ਅੰਡਰਗਰਾਉਂਡ ਟ੍ਰੇਨ ਸਭ ਤੋਂ ਵਧੀਆ ਸਾਧਨ ਸੀ। ਪਿਛਲੇ ਕੁਝ ਦਿਨਾਂ ਤੋਂ ਨਾਜ਼ਰ ਦੇ ਘਰ ਪਰਿਵਾਰ ਵਿੱਚ ਥੋੜੀ ਚੁੱਪ ਵਰਤੀ ਹੋਈ ਸੀ। ਰਾਜੂ ਸ਼ੇਰੇ ਤੋਂ ਦੂਰ ਰਹਿਣਾ ਚਾਹੁੰਦਾ ਸੀ। ਉਸਨੇ ਡਰਹਮ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਇਹ ਸਕਾਟਲੈਂਡ ਦੇ ਨੇੜੇ ਸੀ। ਇੰਨੀ ਦੂਰੋਂ ਤਾਂ ਮਹੀਨੇ 2 ਮਹੀਨੇ ਬਾਅਦ ਹੀ ਆਇਆ ਜਾ ਸਕਦਾ ਸੀ। ਉਸਨੇ ਜਾਣਬੁੱਝ ਕੇ ਇੰਨੀ ਦੂਰ ਰਹਿਣ ਦਾ ਮਨ ਬਣਾਇਆ ਸੀ। ਪ੍ਰੀਤੋ ਆਪਣੀ ਥਾਂ ਦੁਖੀ ਸੀ। ਉਹ ਰਾਜੂ ਤੋਂ ਵੀ ਦੂਰ ਰਹਿਣ ਲਈ ਤਿਆਰ ਨਹੀਂ ਸੀ। ਰਾਜੂ ਨੂੰ ਵੀ ਘਰ ਦੀ ਯਾਦ ਸਤਾਉਂਦੀ ਰਹਿੰਦੀ। ਨਾਜ਼ਰ ਲਈ ਹਾਲਤ ਬਹੁਤ ਗੁੰਝਲਦਾਰ ਸੀ। ਸ਼ੇਰਾ ਉਸਦਾ ਦੋਸਤ ਸੀ। ਪਹਿਲੇ ਦਿਨਾਂ ਵਿੱਚ ਉਸਨੇ ਉਸਦੀ ਬਹੁਤ ਮਦਦ ਕੀਤੀ ਸੀ। ਦਿਲੋਂ ਉਹ ਜੀਤਾਂ ਨੂੰ ਵੀ ਸਹੀ ਨਹੀਂ ਸੀ ਸਮਝਦਾ। ਉਸਨੂੰ ਲੱਗਦਾ ਬੇਵਫਾ ਔਰਤ ਦਾ ਸ਼ੇਰੇ ਕੋਲ ਕੋਈ ਹੋਰ ਇਲਾਜ ਨਹੀਂ ਸੀ। ਭਾਰਤੀ ਕਲਚਰ ਦੀ ਸੋਚ ਉਸਦੇ ਮਨ ਵਿੱਚ ਡੂੰਘੀਆਂ ਜੜ੍ਹਾਂ ਕਰ ਬੈਠੀ ਸੀ। ਪ੍ਰੀਤੋਂ ਆਪਣੀ ਥਾਂ ਤੇ ਸਹੀ ਸੀ। ਉਸ ਲਈ ਵੀ ਅੱਜ ਇਮਤਿਹਾਨ ਦਾ ਦਿਨ ਸੀ। 5 ਵਜੇ ਨੂੰ ਇੱਕ ਜਾਣੀ ਪਛਾਣੀ ਸੂਰਤ ਦੁਕਾਨ ਦੇ ਅੰਦਰ ਦਾਖਲ ਹੁੰਦੀ ਦਿਸੀ। ਸ਼ੇਰੇ ਨੇ ਦਾੜੀ ਵਧਾਈ ਹੋਈ ਸੀ ਤੇ ਪੱਗ ਬੰਨੀ ਹੋਈ ਸੀ। ਉਸਦੀ ਤੋਰ ਵਿੱਚ ਸੁਸਤੀ ਤੇ ਪਹਿਲਾਂ ਵਾਲੀ ਚੜ੍ਹਤ ਗਾਇਬ ਸੀ। ਨਾਜ਼ਰ ਕਾਹਲੀ ਨਾਲ ਬਾਹਾਂ ਖੋਲੀ ਅੱਗੇ ਵਧਿਆ। ਸ਼ੇਰੇ ਦੇ ਮੂੰਹ ਤੋਂ ਵੀ ਗੰਭੀਰਤਾ ਗਾਇਬ ਹੋ ਗਈ। ਉਸਨੇ ਵੀ ਬਾਹਾਂ ਖੋਲੀ ਨਾਜ਼ਰ ਵੱਲ ਵਧਿਆ ਤੇ ਦੋਵੇਂ ਦੁਕਾਨ ਵਿੱਚ ਬਗਲਗੀਰ ਹੋਏ। ਲੋਕ ਉਹਨਾਂ ਵੱਲ ਹੈਰਾਨੀ ਨਾਲ ਦੇਖਣ ਲੱਗੇ। ਨਾਜ਼ਰ ਉਸਨੂੰ ਦੁਕਾਨ ਵਿੱਚ ਬਣੇ ਦਫ਼ਤਰ ਵਿੱਚ ਲੈ ਗਿਆ ਤੇ ਉਹ ਗੱਲਾਂ ਕਰਦੇ ਚਾਹ ਪੀਣ ਲੱਗੇ। ਦੇਸੀ ਬਣੀ ਚਾਹ ਹੁਣ ਇੰਨੇ ਸਾਲਾਂ ਬਾਅਦ ਸ਼ੇਰੇ ਨੂੰ ਪਸੰਦ ਨਹੀਂ ਸੀ ਆਈ। ਪੈਬ ਤੇ ਰਾਜੂ ਦਾ ਕੀ ਹਾਲ ਹੈ? ਗੁੱਡੀ ਵੀ ਹੁਣ ਤਾਂ ਸੁੱਖ ਨਾਲ ਮੁਟਿਆਰ ਹੋ ਗਈ ਹੋ। ਆਹੋ, ਮੁੰਡਾ ਵੇਖਿਆ ਹੋਇਆ ਪੰਜਾਬ, ਅਪਲਾਈ ਕਰਤਾ, ਦੇਖੋ ਹੁਣ ਕਦੋਂ ਵੀਜ਼ਾ ਮਿਲਦਾ। ਮੁੰਡਾ ਆਵੇ ਤੇ ਵਿਆਹ ਕਰਕੇ ਸਰੋਂ ਭਰ ਲਾਈਏ। ਸ਼ੇਰਾ ਇੰਨੇ ਸਾਲ ਗੋਰੇ ਕੈਦੀਆਂ ਦੇ ਸਾਥ ਵਿੱਚ ਰਿਹਾ ਸੀ। ਉਸਦੀ ਬੋਲੀ, ਖਾਣ ਪੀਣ ਦੇ ਨਾਲ ਸੋਚ ਵੀ ਬਦਲ ਗਈ ਸੀ। ਨਾਜ਼ਰ ਉਸਨੂੰ ਪਿੰਡ ਦੀ ਸੱਥ ਵਿੱਚ ਬੈਠੇ ਕਿਸੇ ਬੁੱਢੇ ਵਰਗਾ ਲੱਗਿਆ। ਤੇ ਮੁੰਡੇ ਕਿਵੇਂ ਐ? ਪੈਬ ਤਾਂ ਅਕਾਊਂਟੈਂਟ ਦਾ ਕੋਰਸ ਕਰਦਾ, ਬਸ ਆਖਰੀ ਸਾਲ ਆ। ਰਾਜੂ ਡਰਹੈਮ ਯੂਨੀਵਰਸਿਟੀ ਵਿੱਚ ਚਲਿਆ ਗਿਆ। ਫੋਨ ਕਰ ਲੈਂਦਾ ਆਪਦੀ ਮਾਂ ਨੂੰ ਜਾਂ ਭੈਣ ਨੂੰ। ਮੁੰਡੇ ਆਪਸ ਵਿੱਚ ਕਦੋਂ ਗੱਲ ਕਰਦੇ ਹੁੰਦੇ ਆ ਮੈਨੂੰ ਕੋਈ ਪਤਾ ਨਹੀਂ। ਉਹ ਇੱਕ ਦੂਜੇ ਦਾ ਵਸਾਹ ਨਹੀਂ ਕਰਦੇ।
ਕਰਦੇ। ਛੋਟੇ ਹੁੰਦੇ ਤਾਂ ਘੁਲਦੇ ਰਹਿੰਦੇ ਸੀ, ਹੁਣ ਸਿਆਣੇ ਹੋ ਕੇ ਦੋਵੇਂ ਬਾਹਰ ਅੰਦਰ ਚਲੇ ਜਾਂਦੇ ਆ, ਕਦੇ ਫਿਲਮ ਦੇਖਣ, ਕਦੇ ਮੁੰਡਿਆਂ ਨਾਲ, ਕਦੇ ਜਿਮ। ਸ਼ੇਰਾ ਕੋਈ ਜਵਾਬ ਦੇਣ ਲਈ ਲਫ਼ਜ਼ ਲੱਭ ਰਿਹਾ ਸੀ ਪਰ ਉਸਨੂੰ ਮਿਲ ਨਹੀਂ ਸੀ ਰਹੇ। ਪ੍ਰੀਤੋ ਬਾਰੇ ਵੀ ਕੁਝ ਪੁੱਛਣ ਤੋਂ ਉਹ ਝਿਜਕ ਰਿਹਾ ਸੀ ਪਰ ਉਸਨੇ ਪੁੱਛਿਆ ਤੇ ਨਾਜਰ ਨੇ ਸੰਖੇਪ ਜਿਹਾ ਜਵਾਬ ਦਿੱਤਾ, ਆਜਾ ਚੱਲ ਤੈਨੂੰ ਘਰੇ ਛੱਡ ਆਵਾਂ, ਨਹਾ ਧੋ ਕੇ ਆਰਾਮ ਕਰਕੇ ਮੈਂ ਤੈਨੂੰ 9 ਵਜੇ ਮਿਲੂ ਦੁਕਾਨ ਬੰਦ ਕਰਕੇ। ਨਾਜਰ ਨੇ ਉਸਦਾ ਬੈਗ ਕਾਊਂਟਰ ਕੋਲੋਂ ਚੁੱਕਿਆ ਤੇ ਉਹ ਦੁਕਾਨ ਦੇ ਪਿੱਛੇ ਖੜੀ ਕਾਰ ਵਿੱਚ ਜਾ ਬੈਠੇ। ਰਾਜੂ ਨਾਲ ਜੇ ਗੱਲ ਹੋ ਜਾਂਦੀ ਤਾਂ ਚੰਗਾ ਸੀ, ਸ਼ੇਰੇ ਨੇ ਧੀਮੀ ਆਵਾਜ਼ ਵਿੱਚ ਕਿਹਾ, ਅੱਜ ਸ਼ਾਮ ਨੂੰ ਫੋਨ ਆਊ ਤੇ ਉਹਨੂੰ ਕਹਾਂਗੇ ਫੋਨ ਕਰ ਲੈ, ਤੂੰ ਇੱਥੇ ਹੀ ਆ ਜੀ, ਕੱਲ ਨੂੰ ਆਥਣੇ ਜੇ ਮਾਸਟਰ ਨੂੰ ਵੀ ਸੱਦ ਲਾਂਗੇ ਤੇ ਰਾਜੂ ਨਾਲ ਵੀ ਗੱਲ ਹੋ ਜੂ, ਮੈਂ ਰੋਟੀ ਲੈ ਕੇ ਆਊਂ, ਤੂੰ ਐਵੇਂ ਨਾ ਆਟੇ ਨਾਲ ਹੱਥ ਲਵੇੜੀ। ਨਾਜਰ ਉਸਨੂੰ ਉਸਦੇ ਘਰ ਛੱਡ ਆਇਆ। ਸ਼ੇਰੇ ਨੂੰ ਘਰ ਓਪਰਾ ਜਿਹਾ ਲੱਗਾ। ਪਹਿਲੀ ਨਜ਼ਰ ਉਸਦੀ ਪੌੜੀਆਂ ਦੇ ਪੈਰਾਂ ਵਿੱਚ ਗਈ ਜਿੱਥੇ ਜੀਤਾਂ ਦੀ ਲਾਸ਼ ਡਿੱਗੀ ਸੀ। ਉਸਦੇ ਚਿਹਰੇ ਦੇ ਹਾਵ ਭਾਵ ਬਦਲ ਗਏ, ਕਿੰਨਾ ਕੁਝ ਹੀ ਉਸਦੀਆਂ ਯਾਦਾਂ ਵਿੱਚੋਂ ਦੀ ਲੰਘ ਗਿਆ। ਨਾਜਰ ਨੇ ਵੀ ਉਸਦੀ ਹਾਲਤ ਮਹਿਸੂਸ ਕੀਤੀ ਪਰ ਉਸਨੇ ਕੁਝ ਨਾ ਬੋਲਣਾ ਠੀਕ ਸਮਝਿਆ। ਦਾਰੂ ਕਿਹੜੀ ਪੀਣੀ ਹੈ, ਮੈਂ ਆਉਂਦਾ ਹੋਇਆ ਲਿਆਉਂ। ਨਾਜਰ ਨੇ ਮਾਹੌਲ ਬਦਲਣ ਲਈ ਕਿਹਾ, ਦਾਰੂ ਤਾਂ ਹੁਣ ਕਦੇ ਪੀਤੀ ਨਹੀਂ, ਨਾ ਹੀ ਮਨ ਕਰਦਾ, ਮੈਂ ਸੋਚਦਾ ਹੁਣ ਕਾਹਨੂੰ ਸ਼ੁਰੂ ਕਰਨੀ ਹੈ। ਸ਼ੇਰੇ ਨੇ ਹੌਂਕਾ ਲਿਆ, ਚੱਲ ਜਿਵੇਂ ਤੇਰੀ ਮਰਜ਼ੀ, ਚੱਲ ਤੂੰ ਨਹਾ ਧੋ, ਮੈਂ ਮਿਲਦਾ ਫੇਰ। ਨਾਜਰ ਤਾਂ ਚਲਾ ਗਿਆ ਪਰ ਸ਼ੇਰੇ ਲਈ ਬੇਚੈਨੀ ਜੀ ਪੈਦਾ ਹੋ ਗਈ। ਉਹ ਉਸ ਘਰ ਵਿੱਚ ਰਹਿਣਾ ਨਹੀਂ ਸੀ ਚਾਹੁੰਦਾ। ਕਦੇ ਉਸਨੂੰ ਘਰ ਵਿੱਚ ਜੀਤਾਂ ਤੁਰੀ ਫਿਰਦੀ ਦਿਸਦੀ ਤੇ ਕਦੇ ਰਾਜੂ ਚਾਂਬਣਾ ਪਾਉਂਦਾ ਦਿਸਦਾ। ਸ਼ੇਰਾ ਬਾਹਰ ਸੜਕ ਤੇ ਹੀ ਚਲਾ ਗਿਆ ਤੇ ਨੇੜੇ ਦੀਆਂ ਸੜਕਾਂ ਤੇ ਘੁੰਮਦਾ ਰਿਹਾ। ਆਖਿਰ ਘਰ ਆਉਣਾ ਹੀ ਸੀ ਤੇ ਉਹ ਨਾਜਰ ਦੀ ਉਡੀਕ ਕਰਨ ਲੱਗਾ। ਰਾਤ ਉਸਦੀ ਜਾਗਦਿਆਂ ਦੀ ਬੀਤੀ। ਉਸਨੂੰ ਲੱਗਦਾ ਜੇਲ੍ਹ ਵਿੱਚ ਸੌਖਾ ਸੀ ਤੇ ਚੈਨ ਵਿੱਚ ਸੀ। ਨਾਜਰ ਦੇ ਘਰ ਵੀ ਰਾਤ ਦੇਰ ਤੱਕ ਵਾਰਤਾਲਾਪ ਚੱਲਦੀ ਰਹੀ। ਅਸਲ ਵਿੱਚ ਰਾਜੂ ਸ਼ੇਰੇ ਨਾਲ ਗੱਲ ਕਰਕੇ ਰਾਜੀ ਨਹੀਂ ਸੀ। ਪਰਿਵਾਰ ਦੇ ਬਾਕੀ ਮੈਂਬਰ ਉਸਨੂੰ ਪਿਓ ਨਾਲ ਕਿਸੇ ਹੱਦ ਤੱਕ ਰਿਸ਼ਤਾ ਰੱਖਣ ਲਈ ਜ਼ੋਰ ਪਾ ਰਹੇ ਸਨ। ਜੇ ਉਹ ਕਿਸੇ ਦੀ ਗੱਲ ਮੰਨ ਸਕਦਾ ਸੀ ਤਾਂ ਪ੍ਰੀਤੋ ਦੀ। ਨਾਜਰ ਵੀ ਜ਼ੋਰ ਦੇ ਕੇ ਕਹਿੰਦਾ ਤਾਂ ਉਸਨੇ ਜਵਾਬ ਨਹੀਂ ਦੇਣਾ ਸੀ ਤੇ ਨਾਜਰ ਅਜਿਹਾ ਕਰਨਾ ਨਹੀਂ ਸੀ ਚਾਹੁੰਦਾ, ਉਸਦਾ ਸੁਭਾਅ ਹੀ ਨਹੀਂ ਸੀ। ਪ੍ਰੀਤੋ ਨੂੰ ਨਾਜਰ ਨੇ ਦੁਕਾਨ ਵਿੱਚ ਉਸਦੇ ਫੋਨ ਦੀ ਉਡੀਕ ਕਰਨ ਲਈ ਮਨਾ ਲਿਆ। ਨਾਜਰ ਨੂੰ ਡਰ ਸੀ ਕਿਤੇ ਸ਼ੇਰਾ ਗਲਤੀ ਨਾ ਸਮਝ ਲਵੇ ਕਿ ਉਸਦੇ ਮੁੰਡੇ ਨੂੰ ਉਹਨਾਂ ਨੇ ਹੱਥ ਵਿੱਚ ਕਰ ਲਿਆ ਸੀ। ਸਵੇਰ ਵੇਲੇ ਸ਼ੇਰਾ ਜਲਦੀ ਘਰੋਂ ਬਾਹਰ ਨਿਕਲ ਆਇਆ। ਪਹਿਲਾਂ ਉਹ ਗੁਰਦੁਆਰੇ ਚਲਾ ਗਿਆ, ਕਾਫੀ ਦੇਰ ਪਾਠ ਸੁਣਦਾ ਰਿਹਾ ਤੇ ਫਿਰ ਲੰਗਰ ਛਕ ਕੇ ਨਾਜਰ ਦੀ ਦੁਕਾਨ ਵੱਲ ਚਲਾ ਗਿਆ। ਨਾਜਰ ਉਸਨੂੰ ਉਡੀਕ ਹੀ ਰਿਹਾ ਸੀ। ਕੁਝ ਦੇਰ ਬਾਅਦ ਮਾਸਟਰ ਵੀ ਆ ਗਿਆ। ਸ਼ੇਰੇ ਨੂੰ ਮਾਸਟਰ ਨਾਲ ਗੱਲਾਂ ਕਰਕੇ ਸਦਾ ਹੀ ਸਕੂਨ ਮਿਲਦਾ ਸੀ। ਰਸਮੀ ਸੁੱਖ ਸਾਂਦ ਬਾਅਦ ਉਹ ਸ਼ੇਰੇ ਦੇ ਭਵਿੱਖ ਬਾਰੇ ਗੱਲ ਕਰਨੀ ਚਾਹੁੰਦਾ ਸੀ। ਉਸ ਤੋਂ ਪਹਿਲਾਂ ਹੀ ਸ਼ੇਰੇ ਨੇ ਆਪਣੀ ਗੱਲ ਸ਼ੁਰੂ ਕਰ ਲਈ, ਮੈਂ ਘਰ ਬਦਲਣਾ ਜਿੰਨੀ ਜਲਦੀ ਹੋ ਸਕੇ, ਮੈਂ ਇਸ ਘਰ 'ਚ ਰਹਿ ਨਹੀਂ ਸਕਦਾ। ਮਾਸਟਰ ਤੇ ਨਾਜਰ ਨੇ ਘੋਕਵੀਆਂ ਨਜ਼ਰਾਂ ਨਾਲ ਸ਼ੇਰੇ ਵੱਲ ਵੇਖਿਆ। ਮਾਸਟਰ ਸ਼ੇਰੇ ਦੀ ਮਾਨਸਿਕ ਹਾਲਤ ਸਮਝ ਗਿਆ ਸੀ। ਤੇਰੇ ਘਰ ਤੇ ਕੋਈ ਕਰਜ਼ਾ ਤਾਂ ਹੈ ਨਹੀਂ, ਹੁਣ ਤੂੰ ਵੇਚ ਕੇ ਹੋਰ ਲੈ ਲਾ, 3 ਕੁ ਮਹੀਨੇ ਤਾਂ ਲੱਗ ਹੀ ਜਾਣਗੇ। ਨਾਜਰ ਨੇ ਜਵਾਬ ਦਿੱਤਾ, 3 ਮਹੀਨਿਆਂ 'ਚ ਤਾਂ ਮੈਂ ਪਾਗਲ ਹੋਈ ਹੂੰ। ਸ਼ੇਰੇ ਦੀ ਹਾਲਤ ਤਰਸਯੋਗ ਬਣੀ ਹੋਈ ਸੀ। ਕੋਈ ਨਾ, ਤੂੰ ਹੌਸਲਾ ਰੱਖ, ਆਪਾਂ ਕਿਰਾਏ ਤੇ ਕੋਈ ਕਮਰਾ ਲੱਭ ਲੈਨੇ ਆ ਤੇ ਘਰ ਵੇਚਣਾ ਲਾ ਦਿੰਨੇ ਆ, ਨਾਲੇ ਖਰੀਦਣ ਲਈ ਘਰ ਲੱਭਣਾ ਸ਼ੁਰੂ ਕਰ ਦਿੰਨੇ ਆ। ਸਮਾਂ ਸਾਰੇ ਜ਼ਖਮ ਭਰ ਦਿੰਦਾ ਸ਼ੇਰ ਸਿਆਂ। ਮਾਸਟਰ ਜੀ ਕਿਸਮਤ ਹੀ ਮਾੜੀ ਹੈ, ਕਿੱਥੋਂ ਤੋਂ ਕਿੱਥੇ ਪਹੁੰਚ ਗਿਆ। ਸ਼ੇਰਾ ਨਿਮੂਝਣਾ ਹੋਇਆ ਨੀਵੀਂ ਪਾਈ ਬੈਠਾ ਸੀ। ਸ਼ੇਰ ਸਿਆਂ ਕਿਸਮਤ ਨਾਂ ਦੀ ਤਾਂ ਕੋਈ ਬਲਾ ਨਹੀਂ ਹੁੰਦੀ। ਬੰਦਾ ਠੀਕ ਸਮੇਂ ਤੇ ਠੀਕ ਫੈਸਲਾ ਕਰ ਲਵੇ ਤੇ ਪੌਂ 12, ਜੇ ਬੰਦਾ ਗਲਤ ਫੈਸਲਾ ਕਰ ਲਏ ਤਾਂ 3 ਕਾਣੇ। ਮਾਸਟਰ ਨੇ ਗੈਸ ਕੁੱਕਰ ਦੇ ਪਏ ਪਤੀਲੇ ਵੱਲ ਵੇਖਦਿਆਂ ਕਿਹਾ। ਨਾਜਰ ਸਮਝ ਗਿਆ ਉਹ ਚਾਹ ਪੀਣੀ ਚਾਹੁੰਦਾ ਸੀ। ਫੈਸਲੇ ਵੀ ਤਾਂ ਕੁਦਰਤੀ ਕਰਾਉਂਦੀ ਹੈ। ਨਹੀਂ ਸ਼ੇਰ ਸਿਆਂ, ਬੰਦੇ ਦੇ ਮੁੱਖ ਰੂਪ ਵਿੱਚ 2 ਹੀ ਭਾਵਨਾਵਾਂ, ਪਿਆਰ ਤੇ ਡਰ। ਡਰ ਦੀਆਂ ਉਪ ਭਾਵਨਾਵਾਂ ਸਭ ਨਾ ਪੱਖੀ ਭਾਵਨਾਵਾਂ ਹੀ ਹੈ, ਜਿਵੇਂ ਈਗੋ, ਕ੍ਰੋਧ, ਲਾਲਚ। ਤੇ ਪਿਆਰ ਦੀਆਂ ਸਾਰੀਆਂ ਸਕਾਰਾਤਮਕ ਉਪ ਭਾਵਨਾਵਾਂ, ਸਚਾਈ, ਇਮਾਨਦਾਰੀ, ਸੰਤੁਸ਼ਟਤਾ, ਮੁਹੱਬਤ, ਦਿਆਲਤਾ ਵਗੈਰਾ। ਜੇ ਫੈਸਲਾ ਨਕਾਰਾਤਮਕ ਭਾਵਨਾ ਦੇ ਪ੍ਰਭਾਵ ਅਧੀਨ ਹੋਵੇ ਤਾਂ ਸਿੱਟੇ ਵੀ ਨਾ ਪੱਖੀ ਹੋਣਗੇ। ਜੇ ਸਕਾਰਾਤਮਕ ਭਾਵਨਾਵਾਂ ਫੈਸਲੇ ਨੂੰ ਪ੍ਰਭਾਵਿਤ ਕਰਦੀਆਂ ਤਾਂ ਸਿੱਟੇ ਵੀ ਹਾਂ ਪੱਖੀ ਹੋਣਗੇ। ਮਾਸਟਰ ਬੋਲ ਰਿਹਾ ਸੀ ਤੇ ਸ਼ੇਰਾ ਸੋਚ ਰਿਹਾ ਸੀ। ਉਸਦੇ ਜ਼ਿਹਨ ਵਿੱਚ ਜੀਤਾਂ ਘੁੰਮ ਰਹੀ ਸੀ। ਮਾਸਟਰ ਜੀ, ਗੱਲ ਤਾਂ ਤੁਹਾਡੀ ਠੀਕ ਹੈ ਪਰ ਸਾਡੀ ਸਮਝ 'ਚ ਨਹੀਂ ਆਉਣ ਵਾਲੀ, ਨਾਜਰ ਬੋਲਿਆ। ਨਾਜਰ ਸਿੰਘ, ਤੂੰ ਬਿਜ਼ਨਸ ਦਾ ਫੈਸਲਾ ਕੀਤਾ, ਤੇਰੇ ਅਵਚੇਤਨ ਵਿੱਚ ਤੇਰੇ ਪਰਿਵਾਰ ਨੂੰ ਖੁਸ਼ੀ ਅਤੇ ਸੁੱਖ ਦੇਣ ਦੀ ਭਾਵਨਾ ਸੀ। ਤੂੰ ਇਸ ਹਾਂ ਪੱਖੀ ਭਾਵਨਾ ਕਾਰਨ ਸਫਲ ਹੋ ਗਿਆ। ਜੇ ਭਾਈ ਤੂੰ ਪਰਿਵਾਰ ਦੀ ਥਾਂ ਸਾਰੇ ਸਮਾਜ ਬਾਰੇ ਸੋਚਦਾ ਤਾਂ ਤੂੰ ਸੋਸ਼ਲ ਵਰਕਰ ਬਣ ਜਾਂਦਾ ਤੇ ਸਮਾਜ ਦੇ ਭਲੇ ਲਈ ਕੰਮ ਕਰਦਾ। ਨਾਜਰ ਨੇ ਸਿਰ ਹਿਲਾ ਕੇ ਸਹਿਮਤੀ ਪ੍ਰਗਟ ਕੀਤੀ। ਸ਼ੇਰਾ ਅਜੇ ਵੀ ਮਾਸਟਰ ਵੱਲ ਵੇਖ ਰਿਹਾ ਸੀ। ਨਾਜਰ ਨੇ ਪਤੀਲਾ ਚੁੱਕਿਆ ਤੇ ਸਿੰਕ ਦੀ ਟੂਟੀ ਤੋਂ ਪਾਣੀ ਪਾਉਣ ਲੱਗਾ। ਇਸੇ ਵੇਲੇ ਪ੍ਰੀਤੋ ਅੰਦਰ ਦਾਖਲ ਹੋਈ। ਸਤਿ ਸ੍ਰੀ ਅਕਾਲ ਭਾਜੀ। ਉਸਨੇ ਸ਼ੇਰੇ ਨੂੰ ਨਿਰਖ ਨਾਲ ਵੇਖਿਆ ਤੇ ਨਾਜਰ ਕੋਲ ਚਲੀ ਗਈ। ਤੁਸੀਂ ਬੈਠੋ, ਮੈਂ ਚਾਹ ਬਣਾ ਦਿੰਨੀ ਆ, ਤੁਸੀਂ ਸਮੋਸੇ ਫੜ ਲਿਓ। ਨਾਜਰ ਬਾਹਰ ਚਲਾ ਗਿਆ। ਹੋਰ ਭਾਜੀ,
ਤੁਸੀਂ ਦੱਸੋ ਸਿਹਤ ਠੀਕ ਠਾਕ ਹੈ? ਪ੍ਰੀਤੋ ਨੇ ਨਿੱਕੀਆਂ ਨਿੱਕੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਪਰ ਗੱਲ ਬਹੁਤੀ ਅੱਗੇ ਨਹੀਂ ਸੀ ਤੁਰਦੀ। ਉਹ ਦੋਵੇਂ ਹੀ ਰਾਜੂ ਦੇ ਫੋਨ ਦੀ ਉਡੀਕ ਵਿੱਚ ਸਨ। ਸ਼ੇਰਾ ਪ੍ਰੀਤੋ ਦੇ ਬਦਲੇ ਸੰਬੋਧਨ ਬਾਰੇ ਸੋਚ ਰਿਹਾ ਸੀ। ਪਹਿਲਾਂ ਉਹ ਉਸ ਨੂੰ ਵੀਰ ਜੀ ਕਹਿੰਦੀ ਸੀ। ਇਸ ਨਵੇਂ ਸੰਬੋਧਨ ਦੇ ਸ਼ਬਦੀ ਮਾਇਨੇ ਤਾਂ ਇੱਕ ਹੀ ਸਨ, ਪਰ ਵੀਰ ਜੀ ਉਸ ਨੂੰ ਬਹੁਤ ਆਪਣਤ ਭਰਿਆ ਲੱਗਦਾ ਸੀ। ਭਾਜੀ ਕੋਈ ਰਸਮੀ ਜਾਂ ਓਪਰਾ ਸੰਬੋਧਨ ਲੱਗਦਾ ਸੀ। ਸ਼ੇਰੇ ਨੇ ਇਸ ਬਾਰੇ ਕੁਝ ਨਾ ਕਹਿਣਾ ਠੀਕ ਸਮਝਿਆ। ਚਾਹ ਖਤਮ ਕੀਤੀ ਤੇ 4 ਵੱਜਣ ਵਾਲੇ ਸਨ। ਕਈ ਫੋਨ ਆਏ ਪਰ ਰਾਜੂ ਦਾ ਫੋਨ ਨਹੀਂ ਸੀ ਆਇਆ। ਚਾਹ ਪੀ ਕੇ ਪ੍ਰੀਤੋ ਵੀ ਉਹਨਾਂ ਕੋਲ ਬੈਠੀ ਰਹੀ। ਸ਼ੇਰਾ ਆਮ ਨਾਲੋਂ ਬਹੁਤਾ ਚੁੱਪ ਸੀ। 4:15 ਵਜੇ ਫੋਨ ਦੀ ਘੰਟੀ ਵੱਜੀ। ਪ੍ਰੀਤੋ ਨੇ ਚੱਕਿਆ। ਹੈਲੋ ਕਹੀ। ਹਾਂ ਪੁੱਤ, ਅਸੀਂ ਸਭ ਠੀਕ ਆ, ਤੂੰ ਦੱਸ। ਲੈ ਤੂੰ ਪਾਪਾ ਨਾਲ ਗੱਲ ਕਰ, ਕਹਿ ਕੇ ਪ੍ਰੀਤੋ ਨੇ ਟੈਲੀਫੋਨ ਸ਼ੇਰੇ ਨੂੰ ਫੜਾ ਦਿੱਤਾ। ਹੈਲੋ ਪੁੱਤ। ਹੈਲੋ, ਕਿਵੇਂ ਆ ਤੁਸੀਂ? ਹਾਂ ਪੁੱਤ ਠੀਕ ਆ, ਬਸ ਤੈਨੂੰ ਦੇਖਣ ਤੇ ਮਿਲਣ ਨੂੰ ਬਹੁਤ ਦਿਲ ਤਾਂਘਦਾ। ਕਦੋਂ ਆਏਗਾ? 2 ਹਫ਼ਤੇ ਤਾਂ ਆ ਨਹੀਂ ਹੋਣਾ। ਤੁਸੀਂ ਖਿਆਲ ਰੱਖਿਓ, ਚੰਗਾ ਬਾਏ, ਕਹਿ ਕੇ ਉਸਨੇ ਫੋਨ ਕੱਟ ਦਿੱਤਾ। ਸ਼ੇਰੇ ਨੇ ਰਿਸੀਵਰ ਵੱਲ ਘੂਰਦਿਆਂ ਤੱਕਿਆ। ਪ੍ਰੀਤੋ ਉਹਨਾਂ ਕੋਲੋਂ ਉੱਠ ਕੇ ਦੁਕਾਨ ਵਿੱਚ ਚਲੀ ਗਈ। ਰਾਜੂ ਤੱਕ ਉਸ ਰੁੱਖਾ ਜਿਹਾ ਹੀ ਬੋਲਿਆ। ਸ਼ੇਰੇ ਨੇ ਨਾਜ਼ਰ ਵੱਲ ਵੇਖਦਿਆਂ ਸ਼ਿਕਾਇਤੀ ਲਹਿਜੇ ਵਿੱਚ ਕਿਹਾ। ਮਾਸਟਰ ਨੇ ਕੁਝ ਦੇਰ ਚੁੱਪਚਾਪ ਉਸ ਵੱਲ ਵੇਖਿਆ, ਜਿਵੇਂ ਸੋਚ ਰਿਹਾ ਹੋਵੇ ਕੁਝ ਕਹੇ ਜਾਂ ਨਾ ਕਹੇ। ਫਿਰ ਉਸਨੂੰ ਆਪਣੇ ਸੁਭਾਅ ਮੁਤਾਬਕ ਸੱਚੀ ਗੱਲ ਸੱਚੀ ਕਹਿਣ ਲਈ ਮੂੰਹ ਖੋਲਿਆ। ਸ਼ੇਰ ਸਿਆਂ, ਬੱਚੇ ਸਿਰਫ ਜਨਮ ਦੇਣ ਨਾਲ ਆਪਦੇ ਨਹੀਂ ਬਣਦੇ। ਬੱਚਿਆਂ ਨਾਲ ਖੇਡਣਾ ਕੁੱਦਣਾ ਤੇ ਬੱਚਿਆਂ ਨਾਲ ਬੱਚੇ ਬਣਨਾ ਪੈਂਦਾ। ਤੇਰੇ ਕੋਲੇ ਰਾਜੂ ਦਾ ਬਾਪ ਬਣਨ ਦਾ ਸਮਾਂ ਨਹੀਂ ਸੀ। ਤੈਨੂੰ ਉਹ ਤੋਂ ਦੂਰ ਰਹਿਣਾ ਪਿਆ। ਮਾਂ ਮਸ਼ਹੂਰ ਦਾ ਪਿਓ ਹੀ ਮਾਂ ਬਣਦਾ। ਇਹ ਸਭ ਕਰਨ ਦਾ ਤੈਨੂੰ ਸਮਾਂ ਨਹੀਂ ਮਿਲਿਆ। ਇਹ ਫਰਜ਼ ਤਾਂ ਪ੍ਰੀਤੋ ਤੇ ਨਾਜ਼ਰ ਨੇ ਨਿਭਾਇਆ। ਤੇਰੀ ਗੈਰ ਹਾਜ਼ਰੀ ਵਿੱਚ ਇਹ ਹੀ ਉਹਦੇ ਮਾਪਿਓ ਸੀ ਤੇ ਅਜੇ ਵੀ ਹੈਗੇ ਹੈ। ਹੁਣ ਇੱਕਦਮ ਤਾਂ ਸਭ ਬਦਲ ਨਹੀਂ ਸਕਦਾ। ਤੂੰ ਉਹਦਾ ਅੱਜ ਭਾਵੇਂ 5% ਹੀ ਪਿਓ ਹੈ। ਹੌਲੀ ਹੌਲੀ ਤੈਨੂੰ ਪੂਰਾ ਪਿਓ ਬਣਨ ਵਾਲਾ ਵਧਣਾ ਚਾਹੀਦਾ। ਲੰਮੇ ਸਬਰ ਵਾਲਾ ਕੰਮ ਹੈ, ਮਾਸਟਰ ਨੇ ਸਮਝਾਇਆ। ਸ਼ੇਰੇ ਨੂੰ ਲੱਗਿਆ ਮਾਸਟਰ ਠੀਕ ਕਹਿ ਰਿਹਾ ਸੀ। ਦਿਲ ਨੂੰ ਸਮਝਾਉਣਾ ਹੋਰ ਵੀ ਔਖੀ ਗੱਲ ਸੀ। ਮਾਸਟਰ ਘਰ ਜਾਣ ਲਈ ਉੱਠਿਆ ਤੇ ਸ਼ੇਰਾ ਵੀ ਨਾਲ ਹੀ ਤੁਰ ਪਿਆ। ਉਹ ਗੱਲਾਂ ਕਰਦੇ ਸ਼ੇਰੇ ਦੇ ਘਰ ਆ ਗਏ। ਸ਼ੇਰੇ ਨੇ ਚਾਹ ਬਣਾ ਲਈ ਤੇ ਆਪਣਾ ਮਨ ਖੋਲਿਆ। ਮਾਸਟਰ ਜੀ, ਐਂ ਲੱਗਦਾ ਜਿਵੇਂ ਸਾਰੇ ਰਾਹ ਬੰਦ ਹੋ ਗਏ ਹੋਣ। ਸਮਝ ਨਹੀਂ ਆਉਂਦੀ ਕੀ ਕਰਾਂ। ਰਾਜੂ ਵੀ ਮੂੰਹ ਮੋੜ ਗਿਆ। ਉਸ ਦੀ ਚਾਹ ਮੇਜ਼ ਤੇ ਪਈ ਠੰਡੀ ਹੋ ਰਹੀ ਸੀ। ਸ਼ੇਰ ਸਿਆਂ ਆਪਣੇ ਕਹਿੰਦੇ ਆ ਨਾ, ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੁੱਲਣੀਆਂ ਪੈਂਦੀਆਂ। ਜੇ ਕੋਸ਼ਿਸ਼ ਕਰੀਏ ਤਾਂ ਖੁੱਲ ਜਾਂਦੀਆਂ। ਰਾਜੂ ਦੇ ਦਿਲ ਵਿੱਚ ਜਿਹੜੀ ਗੰਢ ਹੈ ਨਾ, ਸੌਖੀ ਨਹੀਂ ਖੁੱਲਣੀ। ਮੈਂ ਉਹਨਾਂ 3 ਬੱਚਿਆਂ ਦਾ ਹਿਸਾਬ ਪੜਾਉਣ ਵਿੱਚ ਮਦਦ ਕਰਦਾ ਰਿਹਾ। ਰਾਜੂ ਬਹੁਤ ਚੰਗਾ ਬੱਚਾ। ਉਹਨੇ ਵਕੀਲ ਬਣਨ ਦਾ ਫੈਸਲਾ ਕੀਤਾ ਤੇ ਬਣ ਵੀ ਜਾਣਾ। ਤੂੰ ਉਹਦੇ ਤੇ ਮਾਣ ਕਰ ਸਕਦਾ। ਮਾਸਟਰ ਨੇ ਚਾਹ ਦੀ ਘੁੱਟ ਭਰੀ। ਮੈਂ ਤਾਂ ਗੁਰਦੁਆਰੇ ਜਾ ਕੇ ਸੇਵਾ ਕਰਨ ਬਾਰੇ ਸੋਚਿਆ। ਜਿਹੜੇ 4 ਦਿਨ ਕਿਵੇਂ ਨਾ ਕਿਵੇਂ ਤਾਂ ਲਗਾਉਣਾ ਹੀ ਆ। ਗੁਰਦੁਆਰੇ ਕਾਹਦੀ ਸੇਵਾ ਕਰੇਗਾ? ਲੋਕਾਂ ਨੂੰ ਲੰਗਰ ਛਕਾਏਗਾ। ਉੱਥੇ ਹੋਰ ਬਥੇਰੇ ਹੁੰਦੇ ਆ। ਜਾਂ ਕਮੇਟੀ ਦਾ ਮੈਂਬਰ ਬਣ ਕੇ ਭੰਡੀ ਪ੍ਰਚਾਰ ਵਾਲੀ ਸਿਆਸਤ ਦਾ ਅੰਗ ਬਣੇਗਾ। ਗੁਰਦੁਆਰਿਆਂ ਵਿੱਚੋਂ ਲੋਕਾਂ ਨੂੰ ਨੈਤਿਕਤਾ ਦੀ ਸਿੱਖਿਆ ਮਿਲਣੀ ਚਾਹੀਦੀ ਹੈ। ਜੇ ਸਿੱਖਿਆ ਦੇਣ ਵਾਲਿਆਂ ਕੋਲ ਹੀ ਸਦਾਚਾਰਕ ਘਾਟ ਹੋਵੇ ਤੇ ਉਹ ਦੂਜਿਆਂ ਨੂੰ ਕੀ ਸਿੱਖਿਆ ਦੇਣਗੇ? ਹੈ ਸ਼ੇਰੇ ਨੂੰ ਲੱਗਿਆ ਜਿਵੇਂ ਮਾਸਟਰ ਨੇ ਉਸਦੇ ਆਪਣੇ ਇਕਲਾਕ ਉੱਤੇ ਉਂਗਲ ਰੱਖ ਦਿੱਤੀ ਹੋਵੇ। ਉਸ ਨੂੰ ਆਪਣਾ ਆਪ ਹੋਰ ਵੀ ਹੀਣਾ ਲੱਗਿਆ। ਮਾਸਟਰ ਠੀਕ ਸੀ। ਉਹ ਕਿਸੇ ਨੂੰ ਸਿੱਖਿਆ ਤਾਂ ਦੇ ਨਹੀਂ ਸੀ ਸਕਦਾ। ਉਸ ਨੂੰ ਤਾਂ ਆਪ ਨੂੰ ਸਿੱਖਿਆ ਦੀ ਲੋੜ। ਫਿਰ ਮੈਂ ਕੀ ਕਰਾਂ? ਸ਼ੇਰ ਸਿਆਂ, ਪ੍ਰੈਕਟੀਕਲ ਹੋਣਾ ਜ਼ਰੂਰੀ ਹੈ। ਪਹਿਲਾਂ ਤਾਂ ਕੰਮ ਲੱਭ ਕੇ 10 ਨੋਹਾਂ ਦੀ ਕਿਰਤ ਕਰ। ਮੈਂ ਤੋਂ ਉੱਪਰ ਉੱਠ ਕੇ ਦੁਨੀਆ ਵਿੱਚ ਬਹੁਤ ਕੁਝ ਕਰਨ ਵਾਲਾ ਏ। ਤੂੰ ਆਪਦੇ ਕਲੰਕ ਨੂੰ ਧੋਣਾ ਏ ਤੇ ਦੀਨ ਦੁਖੀਏ ਦੀ ਮਦਦ ਕਰ ਸਕਦਾ। ਲੋਕਾਂ ਦੇ ਲੜ ਲਾ ਆਪਦੇ ਆਪ ਨੂੰ ਸੱਚੇ ਮਨੋਂ। ਸਾਰੇ ਰੱਬ ਅਸਲ 'ਚ ਮਨੁੱਖ ਦੇ ਅੰਦਰ ਹੀ ਵਸਦੇ ਆ। ਤੇਰੇ ਕਰਮ ਨਾਲ ਰਾਜੂ ਵੀ ਬਦਲ ਜੂ। ਹੌਸਲਾ ਤੇ ਸਬਰ ਰੱਖ। ਮਾਸਟਰ ਚਲਾ ਗਿਆ। ਜਿਵੇਂ ਜਿਵੇਂ ਸ਼ੇਰਾ ਉਸ ਦੀਆਂ ਗੱਲਾਂ ਬਾਰੇ ਸੋਚਦਾ, ਉਸ ਨੂੰ ਲੱਗਦਾ ਜਿਵੇਂ ਮਾਸਟਰ ਉਹਦੇ ਲਈ ਜਿਉਣ ਦਾ ਰਾਹ ਖੋਲ ਗਿਆ ਹੋਵੇ। ਅਗਲੇ ਦਿਨ ਉਹ ਹਲਕੇ ਮਨ ਨਾਲ ਉੱਠਿਆ ਤੇ ਕੰਮ ਲੱਭਣ ਲਈ ਤੁਰ ਪਿਆ। 2 ਦਿਨਾਂ ਬਾਅਦ ਪ੍ਰੀਤੋ ਨੂੰ ਬੁਖਾਰ ਤੇ ਜ਼ੁਕਾਮ ਨੇ ਘੇਰ ਲਿਆ। 2-3 ਦਿਨ ਉਹ ਘਰੇਲੂ ਨੁਸਖੇ ਵਰਤਦੀ ਰਹੀ, ਪਰ ਉਸ ਦੀ ਹਾਲਤ ਚੰਗੀ ਨਾ ਹੋਈ। ਰਾਜੂ ਨੇ ਆਮ ਵਾਂਗ ਫੋਨ ਕੀਤਾ ਤੇ ਫੋਨ ਰਾਣੀ ਨੇ ਚੱਕਿਆ। ਤੈਨੂੰ ਆ ਗਿਆ ਯਾਦ? ਵੱਡਿਆ ਪੜਾਕੂ ਆ। ਘਰੇ ਵੀ ਕੋਈ ਭੈਣ ਭਰਾ ਮਾਂ ਪਿਓ ਹੈਗਾ ਤੇਰਾ? ਕਿੱਥੇ ਸੀ ਇੰਨੇ ਦਿਨ? ਕਿਧਰੇ ਕਿਸੇ ਨਾਲ ਰੁੱਝ ਤਾਂ ਨਹੀਂ ਗਿਆ? ਉਹਦੀਆਂ ਅੱਖਾਂ ਵਿੱਚ ਸ਼ਰਾਰਤ ਸੀ। ਮੈਂ ਕਿਸੇ ਨਾਲ ਨਹੀਂ ਰੁੱਝਿਆ ਤੇ ਜੇ ਕੋਈ ਇਹੋ ਜਿਹੀ ਗੱਲ ਹੋਈ ਪਹਿਲਾਂ ਤੈਨੂੰ ਹੀ ਦੱਸੋ। ਝੂਠ। ਪਹਿਲਾਂ ਤਾਂ ਪੈਪ ਦੇ ਕੰਨ 'ਚ ਖੁਸਰ ਮੁਸਰ ਕਰੇਗਾ, ਕਹਿ ਕੇ ਉਹ ਖੁੱਲ ਕੇ ਹੱਸੀ। ਮੰਮੀ ਕਿੱਥੇ ਆ? ਬੈੱਡ 'ਚ। 4 ਦਿਨਾਂ ਦਾ ਬੁਖਾਰ ਤੇ ਜ਼ੁਕਾਮ ਹੈ। ਡਾਕਟਰ ਦੇ ਨਹੀਂ ਗਈ। ਅੱਜ ਮਸਾਂ ਮੈਂ ਲੈ ਕੇ ਗਈ ਤੇ ਦਵਾਈ ਲਿਆਂਦੀ ਹੈ। ਅੱਗੇ ਨਹੀਂ ਮੰਮੀ ਨੂੰ ਕਦੇ ਇੰਨਾ ਬੁਖਾਰ ਹੋਇਆ। ਮੈਂ 2 ਦਿਨ ਕੰਮ ਤੇ ਸੀ। ਇੱਕ ਮੁੰਡਾ ਛੁੱਟੀ ਤੇ ਗਿਆ ਸੀ ਤਾਂ ਮਾਲਕ ਨੇ ਮੈਨੂੰ ਬੁਲਾ ਲਿਆ। ਨਹੀਂ ਤਾਂ ਵੀਕਐਂਡ ਤੇ ਹੀ ਹੁੰਦਾ ਕੰਮ। ਮੈਂ ਫੋਨ ਵੀ ਨਹੀਂ ਕਰ ਸਕਿਆ। ਤੈਨੂੰ ਕੰਮ ਦੀ ਕੀ ਲੋੜ ਆ? ਘਰੋਂ ਨਹੀਂ ਪੈਸੇ ਮਿਲਦੇ? ਤੂੰ ਪੜ੍ਹਾਈ ਕਰ। ਠੀਕ ਹੈ ਬੌਸ, ਮੰਮੀ ਨਾਲ ਤਾਂ ਗੱਲ ਕਰਾ। ਉਹ ਫੋਨ ਛੱਡ ਕੇ ਮਾਂ ਦੇ ਕਮਰੇ ਵਿੱਚ ਚਲੀ ਗਈ। ਉਹਨਾਂ ਦੇ ਕਮਰੇ ਵਿੱਚ ਫੋਨ ਦੀ ਲਾਈਨ ਸੀ, ਜਿੱਥੋਂ ਉਸਨੇ ਫੋਨ ਚੱਕ ਕੇ ਮਾਂ ਨੂੰ ਫੜਾਇਆ। ਹੈਲੋ ਪੁੱਤ। ਮਾਮਾ ਕੀ ਗੱਲ ਹੋ ਗਈ? ਤੁਸੀਂ ਪਰਸੋਂ ਦਾ ਮੈਨੂੰ ਕੁਝ ਨਹੀਂ ਦੱਸਿਆ। ਵੇ ਕੁਝ ਨਹੀਂ ਹੋਇਆ ਮੈਨੂੰ। 4 ਛਿੱਕਾਂ ਆ ਗਈਆਂ ਤੇ ਆ ਭੂਤਨੀ ਖਿੱਚ ਕੇ ਡਾਕਟਰ ਦੇ ਲੈ ਗਈ। ਤੂੰ ਫਿਕਰ ਨਾ ਕਰ, 1-2 ਦਿਨਾਂ ਵਿੱਚ ਹੋ ਜੂ ਠੀਕ। ਸ਼ੁੱਕਰਵਾਰ ਨੂੰ ਨਾਜ਼ਰ ਦੁਕਾਨ ਬੰਦ ਕਰਕੇ ਘਰ ਪਹੁੰਚਿਆ ਤੇ ਪ੍ਰੀਤੋ ਦਾ ਪਤਾ ਕੀਤਾ। ਉਹ ਨਿੱਗੀ ਹੋਈ ਹੀਟਰ ਅੱਗੇ ਬੈਠੀ
ਬੈਠੀ ਸੀ। ਪੈਵ ਆਪਣੇ ਕਮਰੇ ਵਿੱਚ ਸੀ ਤੇ ਰਾਣੀ ਮਾਂ ਨਾਲ ਗੱਲਾਂ ਮਾਰ ਰਹੀ ਸੀ। ਨਾਜਰ ਨੇ ਵੀ ਪੈਗ ਪਾ ਲਿਆਂਦਾ ਤੇ ਉਹਨਾਂ ਨਾਲ ਗੱਲਾਂ ਮਾਰਨ ਲੱਗਾ। ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ, ਜਿਹੜੀ ਸਿਰਫ ਪ੍ਰੀਤੋ ਨੂੰ ਹੀ ਸੁਣੀ। ਰਾਜੂ ਆ ਗਿਆ। ਪ੍ਰੀਤੋ ਨੇ ਕੰਬਲ ਪਾਸੇ ਸੁੱਟਿਆ ਤੇ ਉੱਠ ਕੇ ਖੜੀ ਹੋ ਗਈ। ਨਾਜਰ ਤੇ ਰਾਣੀ ਹੈਰਾਨੀ ਨਾਲ ਵੇਖਣ ਲੱਗੇ। ਉਹਨਾਂ ਨੂੰ ਦਰਵਾਜ਼ੇ ਦੇ ਖੁੱਲਣ ਦਾ ਵੀ ਅਹਿਸਾਸ ਨਹੀਂ ਸੀ ਹੋਇਆ। ਪ੍ਰੀਤੋ ਨੂੰ ਕਿਵੇਂ ਪਤਾ ਲੱਗ ਗਿਆ? ਅਗਲੇ ਪਲ ਮਾਂ ਪੁੱਤ ਇੱਕ ਦੂਜੇ ਦੀਆਂ ਬਾਹਾਂ ਵਿੱਚ ਸਨ। ਪ੍ਰੀਤੋ ਨੂੰ ਪਤਾ ਸੀ ਰਾਜੂ ਵੀਕਐਂਡ ਤੇ ਕੰਮ ਛੱਡ ਕੇ ਆਇਆ ਸੀ, ਉਹ ਵੀ ਸਿਰਫ ਉਸ ਦੀ ਖਾਤਰ। ਪ੍ਰੀਤੋ ਦੇ ਜਿਵੇਂ ਸਾਰੇ ਦੁੱਖ ਟੁੱਟ ਗਏ ਹੋਣ। ਬਿੰਦਕ ਪਹਿਲਾਂ ਤਾਂ ਮੰਮੀ ਦੀ ਆਵਾਜ਼ ਵੀ ਨਹੀਂ ਸੀ ਨਿਕਲਦੀ, ਹੁਣ ਮੁੰਡਾ ਆ ਗਿਆ ਤੇ ਕਿਵੇਂ ਗੱਲਾਂ ਮਾਰਦੀ ਹੈ। ਰਾਣੀ ਬੋਲੀ ਤਾਂ ਪੈਪ ਵੀ ਨੀਚੇ ਆ ਗਿਆ। ਗੱਲਾਂ ਵਿੱਚ ਹੀ ਨਾਜਰ ਨੇ ਰਾਜੂ ਨੂੰ ਸ਼ੇਰੇ ਨੂੰ ਮਿਲਣ ਜਾਣ ਲਈ ਕਿਹਾ ਤਾਂ ਰਾਜੂ ਨੇ ਨੀਵੀਂ ਪਾ ਲਈ। ਦੇਖ ਰਾਜੂ, ਅਸੀਂ ਤੇਰਾ ਦਿਲ ਵੀ ਸਮਝਦੇ ਹਾਂ ਤੇ ਉਹਦਾ ਵੀ। ਪੁੱਤ ਮੇਰੇ ਕਹੇ ਉਹਨੂੰ ਜ਼ਰੂਰ ਮਿਲ, ਉਹਨੂੰ ਚੈਨ ਆਜੂ, ਮੈਂ ਤੈਨੂੰ ਬਹੁਤਾ ਨਹੀਂ ਕਹਿੰਦੀ। ਯੈਸ ਮਾਮ ਕਹਿ ਕੇ ਰਾਜੂ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਮਗਰੇ ਪੈਪ ਚਲਾ ਗਿਆ। ਅਗਲੇ ਦਿਨ ਸ਼ੇਰਾ ਨਾਜਰ ਦੇ ਘਰੇ ਰਾਜੂ ਨੂੰ ਜੱਫੀ ਵਿੱਚ ਲਈ ਰੋ ਰਿਹਾ ਸੀ। ਪੈਪ ਨੇ ਅਕਾਊਂਟੈਂਸੀ ਦੀ ਡਿਗਰੀ ਕਰ ਲਈ ਤੇ ਉਹ ਘਰ ਆ ਗਿਆ ਸੀ। 2-4 ਦਿਨ ਲੱਗੇ ਤਾਂ ਨਾਜਰ ਨੇ ਉਸ ਨੂੰ ਸ਼ਾਮ ਨੂੰ ਆਪਣੇ ਕੋਲ ਸੱਦਿਆ। ਲੈ ਪੁੱਤ, ਤੇਰੀ ਪੜ੍ਹਾਈ ਪੂਰੀ ਹੋ ਗਈ ਹੈ, ਹੁਣ ਤੂੰ ਮੇਰਾ ਹੱਥ ਵਟਾ। ਮੈਥੋਂ ਤਾਂ ਇੰਡੀਆ ਵੀ ਨਹੀਂ ਜਾ ਹੁੰਦਾ। ਮੈਂ ਇੱਕ ਸਟੋਰ ਦੇਖਿਆ ਸਲੋ ਸ਼ਹਿਰ ਵਿੱਚ ਵੀ ਆਪਣੇ ਬੰਦਿਆਂ ਦੀ ਆਬਾਦੀ ਵੱਧ ਰਹੀ ਹੈ। ਬੜੀ ਮੌਕੇ ਦੀ ਦੁਕਾਨ ਆ, ਗੋਰੇ ਤੋਂ ਖਾਸ ਨਹੀਂ ਚੱਲਦੀ, ਦੁਕਾਨ ਵੱਡੀ ਆ, ਆਪਾਂ ਸੇਲ ਚੰਗੀ ਕਰ ਲੈਣੀ ਆ। ਜੇ ਚਾਹੇ ਤਾਂ ਕੱਲ ਨੂੰ ਆਪਾਂ ਦੋਵੇਂ ਗੇੜਾ ਮਾਰ ਆਵਾਂਗੇ। ਪਰ ਡੈਡ ਮੈਂ ਤਾਂ ਬਿਜ਼ਨਸ ਕਰਨਾ ਨਹੀਂ ਚਾਹੁੰਦਾ, ਮੈਂ ਤਾਂ ਪਹਿਲਾਂ ਕਿਸੇ ਫਰਮ ਨਾਲ ਕੰਮ ਕਰੂੰ ਫਿਰ ਆਪਦਾ ਦਫ਼ਤਰ ਖੋਲੂ। ਨਾਜਰ ਦੀ ਗੱਲ ਅਜੇ ਵੀ ਪੂਰੀ ਨਹੀਂ ਸੀ ਹੋਈ ਕਿ ਪੈਵ ਨੇ ਬੱਟੇ ਵਾਂਗੂ ਜਵਾਬ ਕੱਢ ਮਾਰਿਆ, ਤੇਰਾ ਦਿਮਾਗ ਠੀਕ ਆ? ਜਿੰਨੇ ਤੂੰ ਸਾਰੇ ਹਫ਼ਤੇ 'ਚ ਕੰਮ ਕਰਕੇ ਕਮਾਉਣੇ ਆ ਉਹਨੇ ਤਾਂ ਅੱਧੇ ਦਿਨ 'ਚ ਹੀ ਬਣ ਜਾਇਆ ਕਰਨਗੇ। ਘਰ ਦਾ ਚੱਲਦਾ ਬਿਜ਼ਨਸ ਛੱਡ ਕੇ ਤੂੰ ਲੋਕਾਂ ਦੀ ਚਾਕਰੀ ਕਰੇਂਗਾ? ਨਾਜਰ ਨੂੰ ਗੁੱਸਾ ਆ ਰਿਹਾ ਸੀ ਪਰ ਉਹ ਆਪਣੇ ਆਪ ਨੂੰ ਸੰਜਮ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਡੈਡ, ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ। ਤੁਸੀਂ ਸਵੇਰੇ 9 ਵਜੇ ਘਰੋਂ ਨਿਕਲਦੇ ਹੋ ਤੇ ਆਥਣ ਨੂੰ 9 ਤੋਂ ਵੀ ਬਾਅਦ ਮੁੜਦੇ ਹੋ। 7 ਦਿਨ ਤੁਹਾਡਾ ਇਹੋ ਹਾਲ ਹੁੰਦਾ। ਅੱਜ ਤੱਕ ਤੁਸੀਂ ਕਦੇ ਇੰਡੀਆ ਤੋਂ ਬਿਨਾਂ ਕਿਤੇ ਹੋਰ ਛੁੱਟੀਆਂ ਕੱਟਣ ਨਹੀਂ ਗਏ। ਖਾਣ ਪਹਿਨਣ ਦਾ ਤੁਹਾਨੂੰ ਕੋਈ ਸ਼ੌਂਕ ਨਹੀਂ। ਸ਼ੌਂਕ ਕੀ ਜਦੋਂ ਟਾਈਮ ਹੀ ਨਹੀਂ ਹੁੰਦਾ। ਜੇ ਮੇਰੀ ਮੰਨੋ ਤਾਂ ਦੁਕਾਨ ਵੇਚ ਦਿਓ ਤੇ ਹੁਣ ਐਸ਼ ਕਰੋ, ਦੁਨੀਆ ਨੂੰ ਘੁੰਮ ਫਿਰ ਕੇ ਦੇਖੋ। ਪੈਪ ਨੇ ਕਦੇ ਇੰਨੀ ਖੁੱਲ੍ਹ ਕੇ ਗੱਲ ਨਹੀਂ ਸੀ ਕੀਤੀ। ਪੁੱਤ ਤੇਰਾ ਕਸੂਰ ਨਹੀਂ, ਤੈਨੂੰ ਬਣਿਆ ਬਣਾਇਆ ਮਿਲ ਗਿਆ ਸਾਰਾ ਕੁਝ। ਸਾਨੂੰ ਅਜੇ ਵੀ ਕੜਕਦੀ ਧੁੱਪ 'ਚ ਮੁੜਕੀ ਹੋ ਕੇ ਕੰਮ ਕਰਦਿਆਂ ਦੇ ਦਿਨ ਯਾਦ ਆ। ਅਸੀਂ ਪੈਸੇ ਨੂੰ ਤਰਸਦੇ ਸੀ, ਤੁਸੀਂ ਭਾਈ ਟੁੱਕ ਨੂੰ ਟੋਚੀ ਦੱਸਦੇ ਹੋ। ਆਮ ਸੌਰੀ ਡੈਡ, ਮੈਂ ਬਿਜ਼ਨਸ ਨਹੀਂ ਕਰ ਸਕਦਾ, ਕਹਿ ਕੇ ਪੈਪ ਆਪਣੇ ਕਮਰੇ ਵਿੱਚ ਚਲਾ ਗਿਆ। ਉਸਨੇ ਬਹੁਤ ਕੁਝ ਸੋਚਿਆ ਸੀ। ਉਸਨੇ ਕਈ ਸਟੋਰ ਖੋਲ੍ਹਣ ਦਾ ਸੁਪਨਾ ਦੇਖਿਆ ਸੀ ਪਰ ਪੈਪ ਨੇ ਉਸਦੇ ਸਾਰੇ ਸੁਪਨੇ ਢਹਿ ਢੇਰੀ ਕਰ ਦਿੱਤੇ। ਸਟੋਰ ਤੇ ਵੀ ਉਹ ਉਖੜਿਆ ਜਾ ਰਿਹਾ। ਉਸਨੇ ਮਾਸਟਰ ਨੂੰ ਫੋਨ ਕਰਕੇ ਆਵਾਜ਼ ਮਾਰ ਲਈ। ਮਾਸਟਰ 7:30 ਵਜੇ ਆ ਪਹੁੰਚਿਆ ਤੇ ਉਹ ਦਫ਼ਤਰ ਵਿੱਚ ਬੈਠ ਕੇ ਪੈਗ ਸਾਂਝਾਂ ਕਰਨ ਲੱਗੇ। ਗੱਲਾਂ ਕਰਦਿਆਂ ਨਾਜਰ ਨੇ ਆਪਣਾ ਮਨ ਹਲਕਾ ਕਰਨ ਲਈ ਗੱਲ ਚਲਾਈ। ਅੱਜ ਕੱਲ੍ਹ ਦੇ ਨਿਆਣਿਆਂ ਦੇ ਦਿਮਾਗ ਹੀ ਖਰਾਬ ਹੈ। ਉਹ ਸਾਡੇ ਵਾਲਾ ਕਹਿੰਦਾ ਮੈਂ ਬਿਜ਼ਨਸ ਨਹੀਂ ਕਰਨਾ, ਕੰਮ ਕਰਨਾ, ਸਰਦਾਰੀ ਛੱਡ ਕੇ ਮਜ਼ਦੂਰੀ ਕਰਨੀ ਹੈ। ਨਾਜਰ ਦੀ ਖਿਝ ਸਪਸ਼ਟ ਸੀ ਤੇ ਮਾਸਟਰ ਨੇ ਉਸ ਵੱਲ ਧਿਆਨ ਨਾਲ ਵੇਖਿਆ। ਉਸਨੂੰ ਪਤਾ ਲੱਗ ਗਿਆ ਨਾਜਰ ਨੇ ਉਸਨੂੰ ਕਿਉਂ ਬੁਲਾਇਆ ਸੀ। ਕਿਹਦੀ ਗੱਲ ਕਰਦਾ? ਪੈਪ ਦੀ। ਹੋਰ ਕੀ, ਪੜ੍ਹਾਈ ਪੂਰੀ ਕਰ ਲਈ, ਸੋਹਣਾ ਹੋ ਗਿਆ। ਘਰ ਦੇ ਚੱਲਦੇ ਕੰਮ 'ਚ ਹੱਥ ਵਟਾਉਣ ਦੀ ਥਾਂ ਮੈਨੂੰ ਮੱਤਾਂ ਦਿੰਦਾ। ਅਖੇ ਦੁਕਾਨ ਵੇਚ ਕੇ ਸੈਰ ਸਪਾਟਾ ਕਰ। ਮਾਸਟਰ ਕੁਝ ਦੇਰ ਚੁੱਪ ਰਿਹਾ ਤੇ ਨਾਜਰ ਖਾਲੀ ਪਏ ਗਲਾਸ ਨੂੰ ਘੂਰਦਾ ਰਿਹਾ। ਮਾਸਟਰ ਨੇ ਖੰਗੂਰਾ ਮਾਰ ਕੇ ਗਲਾ ਸਾਫ਼ ਕੀਤਾ। ਨਾਜਰ ਦਾ ਧਿਆਨ ਉਸ ਵੱਲ ਖਿੱਚਿਆ ਗਿਆ। ਮੈਂ ਜਦੋਂ ਇੰਡੀਆ ਤੋਂ ਆਇਆ ਤੇ ਬਿਸਕੁਟਾਂ ਵਾਲੀ ਫੈਕਟਰੀ 'ਚ ਕੰਮ ਕਰਨ ਲੱਗ ਗਿਆ। ਬਣਦਾ ਤਾਂ ਉੱਥੇ ਹੋਰ ਵੀ ਕੋਈ ਕੁਝ ਸੀ ਪਰ ਸਾਰੇ ਬਿਸਕੁਟਾਂ ਵਾਲੀ ਫੈਕਟਰੀ ਕਹਿੰਦੇ ਸੀ। ਉੱਥੇ ਸਾਡੇ ਨਾਲ ਸਾਡੀ ਉਮਰ ਦਾ ਇੱਕ ਗੋਰਾ ਮੁੰਡਾ ਮੈਨੇਜਰ ਬਣ ਕੇ ਆਇਆ। ਸਾਡੀ ਸ਼ਿਫਟ ਦਾ ਮੈਨੇਜਰ ਹੋਣ ਕਰਕੇ ਸਾਡੇ ਨਾਲ ਗੱਲਾਂ ਬਾਤਾਂ ਵੀ ਹੁੰਦੀਆਂ ਸੀ। ਇੱਕ ਦਿਨ ਸਾਡੀ ਮੀਟਿੰਗ ਸੀ। ਉਹ ਸਾਨੂੰ ਹੈਲਥ, ਸੇਫਟੀ, ਸਫਾਈ ਬਾਰੇ ਦੱਸ ਰਿਹਾ ਸੀ। ਗੱਲਾਂ ਕਰਦਾ ਕਹਿੰਦਾ ਕਿ ਉਹਦੇ ਪਿਓ ਦੀ ਫੈਕਟਰੀ ਆ ਤੇ 70 ਬੰਦੇ ਕੰਮ ਕਰਦੇ ਆ। ਮੈਂ ਨਾਲ ਦੇ ਏਜੀਅਨ ਬੰਦੇ ਦੀ ਕੂਣੀ ਮਾਰੀ ਤੇ ਉਹਦੇ ਕੰਨ 'ਚ ਕਿਹਾ, ਫਿਰ ਇੱਥੇ ਕੀ ਕਰਦਾ? ਬਾਅਦ 'ਚ ਅਸੀਂ ਗੱਲਾਂ ਕਰਦੇ ਰਹੇ ਵੀ ਬਾਈ ਬੜੀਆਂ ਲੰਮੀਆਂ ਛੱਡੀ ਜਾਂਦਾ। ਮਾਸਟਰ ਨੇ ਗਲਾਸ ਵਿੱਚ ਘੁੱਟ ਭਰੀ ਤੇ ਗਲਾਸ ਮੇਜ਼ ਤੇ ਰੱਖ ਦਿੱਤਾ। ਨਾਜਰ ਦਾ ਪੂਰਾ ਧਿਆਨ ਉਸ ਵੱਲ ਸੀ। 2-4 ਦਿਨਾਂ ਬਾਅਦ ਲੰਚ ਵੇਲੇ ਉਹ ਵੀ ਲੰਚ ਲੈ ਕੇ ਸਾਡੇ ਟੇਬਲ ਤੇ ਆ ਬੈਠਾ। ਮੇਰੇ ਉਹਦੀ ਕਹੀ ਉਹ ਗੱਲ ਯਾਦ ਆ ਗਈ ਤੇ ਮੈਂ ਉਹਨੂੰ ਪੁੱਛ ਲਿਆ, ਤੇਰੇ ਪਿਓ ਦੀ ਫੈਕਟਰੀ ਹੈ, ਤੂੰ ਉੱਥੇ ਕਿਉਂ ਨਹੀਂ ਕੰਮ ਕਰਦਾ? ਉਹਨੇ ਕੀ ਜਵਾਬ ਦਿੱਤਾ? ਪਤਾ ਉਹਨੇ ਕੀ ਜਵਾਬ ਦਿੱਤਾ? ਉਸਨੇ ਨਾਜਰ ਦੇ ਮੂੰਹ ਤੇ ਨਜ਼ਰਾਂ ਗੱਡਦਿਆਂ ਕਿਹਾ, ਕਹਿੰਦਾ ਕਿ ਉਹਦੇ ਪਿਓ ਨੇ ਉਸਨੂੰ ਕਿਹਾ ਕਿ ਜੇ ਮੈਂ ਤੈਨੂੰ ਇੱਥੇ ਆਪਦੀ ਫੈਕਟਰੀ 'ਚ ਕੰਮ ਤੇ ਲਾਤਾ ਤੂੰ ਤਾਂ ਅੱਜ ਹੀ ਬੌਸ ਬਣ ਜਾਣਾ। ਹੁਕਮ ਚਲਾਉਣ ਤੋਂ ਪਹਿਲਾਂ ਹੁਕਮ ਮੰਨਣਾ ਸਿੱਖਣਾ ਜ਼ਰੂਰੀ ਹੈ। ਤੂੰ ਜਾ ਕਿਤੇ ਕੰਮ ਲੱਭ, 1-2 ਸਾਲ ਤਜਰਬਾ ਕਰ, ਕੰਮ ਕਰਨਾ ਵੀ ਸਿੱਖ ਤੇ ਕਰਾਉਣਾ ਵੀ, ਫਿਰ ਆ ਕੇ ਤੂੰ ਫੈਕਟਰੀ ਚਲਾਈ। ਤੇ ਨਾਜਰ ਸਿਆਂ ਮੈਂ ਹੈਰਾਨ ਹੋ ਗਿਆ ਯਾਰ,
ਆਪਾਂ ਤਾਂ ਨਿਆਣਿਆਂ ਨੂੰ ਵਿਗਾੜਦੇ ਆਂ। 21ਵਾਂ ਬਰਥਡੇ ਹੋਇਆ, 4 ਪੈਸੇ ਕੋਲ ਆ, ਉਹਨੂੰ ਕਾਰ ਲੈ ਦਿਆਂਗੇ ਨਵੀਂ ਨਖੋਰ। ਇੰਜ ਅਸੀਂ ਆਪਦੀ ਅਮੀਰੀ ਦਾ ਦਿਖਾਵਾ ਕਰਦੇ ਆਂ। ਮੁੰਡੇ ਕਾਕਾ ਜੀ ਬਣ ਜਾਂਦੇ ਆ। ਮਾਸਟਰ ਨੇ ਅਜੇ ਗੱਲ ਖਤਮ ਵੀ ਨਹੀਂ ਸੀ ਕੀਤੀ ਕਿ ਨਾਜਰ ਬੋਲ ਪਿਆ, ਆਪਾਂ ਤਾਂ ਇਹੋ ਜਿਹੀ ਕੋਈ ਹੋਸ਼ੀ ਹਰਕਤ ਕੀਤੀ ਨਹੀਂ, ਜੇ ਕੀਤੀ ਆ ਤੇ ਦੱਸੋ। ਨਹੀਂ ਕੀਤੀ, ਤਾਂ ਹੀ ਤਾਂ ਬੱਚੇ ਸਹੀ ਆ। ਮੁੰਡੇ ਨੇ ਕੋਰਸ ਕਰ ਲਿਆ, ਉਹਨੂੰ ਕੰਮ ਦਾ ਅਨੁਭਵ ਕਰਨ ਦਿਓ। ਜੇ ਉਹਦੀ ਖੁਸ਼ੀ ਕੰਮ ਕਰਨ ਦੀ ਆ ਤੇ ਕਰਨ ਦਿਓ। ਬੱਚਿਆਂ ਨੂੰ ਆਜ਼ਾਦੀ ਦੇਣ ਦੀ ਆਪਣੇ ਸੱਭਿਆਚਾਰ 'ਚ ਰੀਤ ਹੀ ਹੈ ਨਹੀਂ। ਡਾਕਟਰ ਕਹੂ ਮੇਰਾ ਮੁੰਡਾ ਡਾਕਟਰ ਬਣੇ, ਅਸੀਂ ਨਿਆਣਿਆਂ ਨੂੰ ਮਜਬੂਰ ਕਰਦੇ ਆਂ ਬਈ ਆਹ ਪੜ੍ਹ ਆਹ ਕੰਮ ਕਰ, ਉਹਨੂੰ ਆਪਦੇ ਫੈਸਲੇ ਲੈਣ ਦਿਓ। ਦੂਜੀ ਗੱਲ, ਨਾਜਰ ਸਿਆ ਬੁਰਾ ਨਾ ਮਨਾਈ, ਆਪਾਂ ਤਾਂ ਪੈਸੇ ਕਮਾਉਣੇ ਸਿੱਖੇ ਆ, ਉਹਨਾਂ ਨੂੰ ਆਪਣੇ ਤੇ ਖਰਚਣਾ, ਉਹਨਾਂ ਨਾਲ ਜ਼ਿੰਦਗੀ ਦਾ ਆਨੰਦ ਲੈਣਾ ਤਾਂ ਅਜੇ ਸਿੱਖਿਆ ਨਹੀਂ, ਅਗਲੀ ਪੀੜ੍ਹੀ ਨੇ ਪਹਿਲਾਂ ਹੀ ਸਿੱਖ ਲਿਆ। ਤੂੰ ਮੇਰੀ ਮੰਨ, ਮੁੰਡੇ ਨੂੰ ਕਰਨ ਦੇ ਜੋ ਕਰਦਾ। ਨਾਜਰ ਨੂੰ ਮਾਸਟਰ ਤੋਂ ਉਮੀਦ ਸੀ ਕਿ ਉਹ ਪੈਵ ਨੂੰ ਸਮਝਾਏਗਾ, ਉਹ ਤਾਂ ਸਗਾ ਉਸ ਨੂੰ ਹੀ ਸਮਝਾਉਣ ਲੱਗਿਆ ਸੀ। ਇਸ ਵੇਲੇ ਨੂੰ ਦੁਕਾਨ ਬੰਦ ਕਰਨ ਦਾ ਸਮਾਂ ਹੋ ਗਿਆ ਤੇ ਉਹ ਘਰਾਂ ਨੂੰ ਚੱਲ ਪਏ। ਨਾਜਰ ਅਗਲੇ 2-3 ਦਿਨ ਇਸ ਬਾਰੇ ਸੋਚਦਾ ਰਿਹਾ, ਪਰ ਉਸ ਦਾ ਮਨ ਪੈਵ ਨਾਲ ਸਹਿਮਤ ਨਾ ਹੋਇਆ। ਉਸ ਨੂੰ ਇਹ ਪਤਾ ਸੀ ਕਿ ਪੈਵ ਨੇ ਮੰਨਣਾ ਨਹੀਂ ਸੀ, ਉਹ ਚੁੱਪ ਜਿਹਾ ਰਹਿੰਦਾ। ਇੱਕ ਦਿਨ ਉਹ ਘਰ ਆਇਆ ਤਾਂ ਪੈਵ ਨਾਜਰ ਅਤੇ ਪ੍ਰੀਤੋ ਕੋਲ ਆ ਬੈਠਾ। ਡੈਡ, ਮੈਂ 2 ਹਫ਼ਤਿਆਂ ਦੀਆਂ ਛੁੱਟੀਆਂ ਤੇ ਚੱਲਿਆ, ਪਹਿਲਾਂ ਅਸੀਂ ਫਲੋਰੀਡਾ ਜਾਵਾਂਗੇ, ਹਫ਼ਤੇ ਬਾਅਦ ਕਿਊਬਾ। ਪੈਵ ਬੋਲਿਆ, ਮਰਜ਼ੀ ਕਰੋ, ਕਿਹੜਾ ਕਿਸੇ ਦੀ ਸੁਣਨੀ ਆ। ਨਾਜਰ ਨੇ ਬਿਨਾਂ ਉਸ ਵੱਲ ਵੇਖਿਆ ਕਿਹਾ। ਪੈਵ ਪ੍ਰੀਤੋ ਵੱਲ ਵੇਖਣ ਲੱਗਾ, ਪਰ ਉਹ ਉਸ ਵੱਲ ਵੇਖ ਨਹੀਂ ਸੀ ਰਹੀ। ਉਹ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਛੁੱਟੀਆਂ ਤੋਂ ਆ ਕੇ ਉਸਨੇ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ। ਨਾਜਰ ਅਜੇ ਵੀ ਉਸ ਨਾਲ ਖੁਸ਼ ਨਹੀਂ ਸੀ। ਜੈਕੀ ਬਲੈਕ 40 ਕੁ ਸਾਲਾਂ ਦੀ ਤਾਕਤਵਰ ਔਰਤ, ਜਿਸ ਨੂੰ ਸ਼ੁਰੂ ਤੋਂ ਕਿੱਕ ਬਾਕਸਿੰਗ ਦਾ ਸ਼ੌਂਕ ਸੀ। 10 ਕੁ ਸਾਲ ਦੀ ਉਮਰ ਤੋਂ ਉਸਨੇ ਕਿੱਕ ਬਾਕਸਿੰਗ ਸਿੱਖਣੀ ਸ਼ੁਰੂ ਕਰ ਦਿੱਤੀ। ਉਸ ਦਾ ਬਕਾਇਦਾ ਟ੍ਰੇਨਿੰਗ ਲੈਂਦੀ ਸੀ। ਉਹ ਹਰ ਕਿਸੇ ਮੁਕਾਬਲੇ ਵਿੱਚ ਭਾਗ ਲੈਂਦੀ। ਜਦ ਕਦੀ ਉਸ ਨੂੰ ਵੱਡੀ ਤੇ ਤਕੜੀ ਕੁੜੀ ਨਾਲ ਉਸ ਦਾ ਮੁਕਾਬਲਾ ਹੁੰਦਾ ਤੇ ਉਸ ਨੂੰ ਚਾਅ ਚੜ੍ਹ ਜਾਂਦਾ ਸੀ। ਇਹ ਨਹੀਂ ਉਹ ਹਰ ਵਾਰੀ ਜਿੱਤਦੀ ਸੀ, ਉਸ ਨੂੰ ਜਿੱਤਣ ਨਾਲੋਂ ਸਿੱਖਣ ਤੇ ਆਪਣੇ ਸਵੈ ਵਿਸ਼ਵਾਸ ਵਿੱਚ ਵਾਧੇ ਦੀ ਖੁਸ਼ੀ ਹੁੰਦੀ। 22 ਸਾਲਾਂ ਦੀ ਉਮਰ ਵਿੱਚ ਉਹ ਪੁਲਿਸ ਵਿੱਚ ਭਰਤੀ ਹੋ ਗਈ। ਉਹ ਬਹੁਤ ਠੰਡੇ ਸੁਭਾਅ ਅਤੇ ਬਿਨਾਂ ਘਬਰਾਹਟ ਜਾਂ ਡਰ ਆਪਣਾ ਕੰਮ ਕਰਨ ਲਈ ਜਾਣੀ ਜਾਣ ਲੱਗੀ। ਅੱਜ ਕੱਲ੍ਹ ਉਹ ਸਕਾਟ ਦੀ ਟੀਮ ਵਿੱਚ ਕੰਮ ਕਰਦੀ ਸੀ। ਬੌਬ ਬਾਰੇ ਸਕਾਟ ਨੂੰ ਯਕੀਨ ਸੀ ਕਿ ਉਸ ਦਾ ਨੈਟਵਰਕ ਲੰਬਾ ਚੌੜਾ ਸੀ। ਟੋਨੀ ਦੇ ਕਹਿਣ ਤੇ ਉਸ ਨੂੰ ਹੋਰ ਵੀ ਯਕੀਨ ਹੋ ਗਿਆ। ਈਮੇਲਾਂ ਵਿੱਚੋਂ ਉਹਨਾਂ ਨੂੰ ਕੋਈ ਠੋਸ ਸਬੂਤ ਨਹੀਂ ਸੀ ਮਿਲਿਆ। ਟੋਨੀ ਵੀ ਹੁਣ ਕਾਫੀ ਰੁੱਝਿਆ ਲੱਗਦਾ ਸੀ। ਉਸਨੇ ਕਦੇ ਸਕਾਟ ਨਾਲ ਰਾਬਤਾ ਨਹੀਂ ਸੀ ਬਣਾਇਆ ਤੇ ਨਾ ਹੀ ਸਕਾਟ ਨੇ ਉਸ ਨਾਲ ਗੱਲਬਾਤ ਕੀਤੀ। ਵੈਸੇ ਸਕਾਟ ਨੂੰ ਆਸ ਸੀ ਟੋਨੀ ਉਸ ਨਾਲ ਬੌਬ ਬਾਰੇ ਜ਼ਰੂਰ ਜ਼ਿਆਦਾ ਜਾਣਦਾ ਸੀ। ਸਕਾਟ ਨੇ ਜੈਕੀ ਨਾਲ ਗੱਲ ਕੀਤੀ। ਬੌਬ ਦੇ ਗੈਰ ਕਾਨੂੰਨੀ ਕੰਮ ਧੰਦੇ ਦਾ ਸਬੂਤ ਲੱਭਣ ਲਈ ਜੈਕੀ ਨੂੰ ਉਸ ਦੀ ਕਲੱਬ ਵਿੱਚ ਕੰਮ ਕਰਨ ਲਈ ਕਿਹਾ। ਜੈਕੀ ਤਿਆਰ ਹੋ ਗਈ। ਉਸ ਨੂੰ ਤਾਂ ਅਜਿਹੇ ਕੰਮ ਬਹੁਤ ਪਸੰਦ ਸਨ ਜਿੱਥੇ ਕੋਈ ਖਤਰਾ ਹੋਵੇ ਤੇ ਲੜਾਈ ਝਗੜਾ ਕਰਨ ਤੋਂ ਉਸ ਨੂੰ ਕੋਈ ਡਰ ਨਹੀਂ ਸੀ ਲੱਗਦਾ। ਸਕਾਟ ਲੰਡਨ ਵਿੱਚ ਕਲੱਬ ਦੇ ਨੇੜੇ ਪੁਲਿਸ ਸਟੇਸ਼ਨ ਚਲਾ ਗਿਆ। ਉੱਥੇ ਉਸਨੇ ਬੌਬ ਬਾਰੇ ਲੋੜੀਂਦੀ ਜਾਣਕਾਰੀ ਸਾਂਝੀ ਕੀਤੀ ਤੇ ਮਦਦ ਲਈ ਲੋਕਲ ਪੁਲਿਸ ਨੂੰ ਬੇਨਤੀ ਕੀਤੀ। ਸਵੇਰ ਦੇ 3:30 ਵਜੇ ਕਲੱਬ ਦੇ ਬੰਦ ਹੋਣ ਬਾਅਦ ਲੈਜ਼ਲੀ ਨਾਂ ਦੀ ਕੁੜੀ ਬਾਹਰ ਨਿਕਲੀ। ਉਹ ਉੱਥੇ ਕੁਝ ਸਾਲਾਂ ਤੋਂ ਕੰਮ ਕਰਦੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਟੌਮਸ ਦੇ ਨੇੜੇ ਸੀ ਤੇ ਕਲੱਬ ਦੇ ਕੁਝ ਨਾ ਕੁਝ ਭੇਦ ਉਹ ਜ਼ਰੂਰ ਜਾਣਦੀ ਸੀ। ਇੱਕ ਭੇਦ ਸਕਾਟ ਨੂੰ ਪਤਾ ਸੀ। ਉਹ ਕਲੱਬ ਵਿੱਚੋਂ ਥੋੜਾ ਨਸ਼ਾ ਤੇ ਨਸ਼ੇ ਵਾਲੀਆਂ ਸਿਗਰਟਾਂ ਚੋਰੀ ਕਰਕੇ ਲੈ ਜਾਂਦੀ ਸੀ। ਲੈਜ਼ਲੀ ਅਜੇ ਕਲੱਬ ਤੋਂ 100 ਗਜ਼ ਅੱਗੇ ਗਈ ਜਿੱਥੋਂ ਉਸਨੇ ਬੱਸ ਫੜਨੀ ਸੀ ਕਿ ਇੱਕ ਕਾਰ ਉਸਦੇ ਨੇੜੇ ਆ ਕੇ ਰੁਕੀ। ਇਹ ਸਿਵਲ ਕਾਰ ਸੀ। ਕਾਰ ਵਿੱਚੋਂ 3 ਆਦਮੀ ਤੇ ਇੱਕ ਔਰਤ ਹਵਾ ਦੇ ਬੁੱਲੇ ਵਾਂਗ ਬਾਹਰ ਨਿਕਲੇ ਤੇ ਲੈਜ਼ਲੀ ਨੂੰ ਘੇਰ ਲਿਆ। ਇੱਕ ਆਦਮੀ ਨੇ ਆਪਣੇ ਜੇਬ ਵਿੱਚੋਂ ਆਪਣਾ ID ਕਾਰਡ ਕੱਢਿਆ ਤੇ ਉਸ ਦੀਆਂ ਅੱਖਾਂ ਸਾਹਮਣੇ ਕੀਤਾ। ਪੁਲਿਸ ਸ਼ਬਦ ਲੈਜ਼ਲੀ ਦੇ ਕੰਨਾਂ ਵਿੱਚ ਹਥੌੜੇ ਦੀ ਸੱਟ ਵਾਂਗ ਵੱਜਿਆ। ਉਸਦੇ ਚਿਹਰੇ ਤੇ ਹੈਰਾਨੀ ਤੇ ਡਰ ਦੇ ਭਾਵ ਸਪਸ਼ਟ ਦਿਸਣ ਲੱਗੇ। ਤੇਰਾ ਨਾਂ ਤੇ ਇਸ ਵੇਲੇ ਇੱਥੇ ਕੀ ਕਰ ਰਹੀ ਹੈ? ਲੈਜ਼ਲੀ ਹੀਥ, ਮੈਂ ਯੰਗ ਨਾਈਟ ਕਲੱਬ ਵਿੱਚ ਕੰਮ ਕਰਦੀ ਹਾਂ। ਪੁਲਿਸ ਨੂੰ ਤਸੱਲੀ ਸੀ ਕਿ ਸਹੀ ਸ਼ਿਕਾਰ ਹੱਥ 'ਚ ਆਇਆ। ਤੇਰੇ ਕੋਲ ਕੋਈ ਗੈਰ ਕਾਨੂੰਨੀ ਚੀਜ਼ ਹੈ? ਕੀ ਮਤਲਬ? ਕੁੜੀ ਦੀ ਆਵਾਜ਼ ਵਿੱਚੋਂ ਸਵੈ ਭਰੋਸਾ 9-11 ਹੋ ਗਿਆ ਸੀ। ਤੇਰੇ ਕੋਲ ਕੋਈ ਗੈਰ ਕਾਨੂੰਨੀ ਚੀਜ਼ ਹੈ ਜਾਂ ਨਾ? ਇਸ ਵਾਰ ਉਸ ਨੂੰ ਸਵਾਲ ਵਿੱਚ ਸਖਤੀ ਮਹਿਸੂਸ ਹੋਈ। ਨਹੀਂ, ਉਸਨੇ ਮਸਾਂ ਕਿਹਾ। ਪੁਲਿਸ ਅਫਸਰ ਨੇ ਮਹਿਲਾ ਅਫਸਰ ਨੂੰ ਸਿਰ ਦਾ ਇਸ਼ਾਰਾ ਕੀਤਾ। ਉਸਨੇ ਲੈਜ਼ਲੀ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਉਸਦੇ ਹੈਂਡਬੈਗ ਵਿੱਚੋਂ ਸਿਗਰਟਾਂ ਦੀ ਡੱਬੀ ਕੱਢੀ। ਪੁਲਿਸ ਨੇ ਅਫਸਰ ਨੂੰ ਫੜਾ ਦਿੱਤੀ। ਉਸਨੇ ਦਸਤਾਨੇ ਪਾ ਕੇ ਡੱਬੀ ਖੋਲੀ। 5 ਸਿਗਰਟਾਂ ਨੂੰ ਉਸਨੇ ਵਾਰ-ਵਾਰ ਸੁੰਘਿਆ ਤੇ 2 ਨੂੰ ਪਾਸੇ ਕਰ ਲਿਆ। ਡੱਬੀ ਨੂੰ ਧਿਆਨ ਨਾਲ ਟਟੋਲਿਆ ਤੇ ਡੱਬੀ ਵਿੱਚੋਂ ਇੱਕ ਪੁੜੀ ਨਿਕਲ ਆਈ। ਖੋਲ ਕੇ ਸੁੰਘਿਆ ਤੇ ਬਿਨਾਂ ਸ਼ੱਕ ਉਹ A ਕਲਾਸ ਡਰੱਗ ਦੀ ਪੁੜੀ ਸੀ। ਤੈਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ,
ਪਰ ਜੇ ਕੁਝ ਕਿਹਾ ਤਾਂ ਉਹ ਤੇਰੇ ਖਿਲਾਫ ਸਬੂਤ ਵਜੋਂ ਅਦਾਲਤ ਵਿੱਚ ਵਰਤਿਆ ਜਾ ਸਕਦਾ ਹੈ। ਅਫਸਰ ਨੇ ਕਾਨੂੰਨੀ ਕਾਰਵਾਈ ਪੂਰੀ ਕੀਤੀ। ਇੰਨੇ ਵਿੱਚ ਪੁਲਿਸ ਦੀ ਇੱਕ ਕਾਰ ਉੱਥੇ ਆ ਕੇ ਰੁਕੀ। ਉਹਨਾਂ ਨੂੰ ਦੂਸਰੇ ਅਫਸਰ ਨੇ ਸੁਨੇਹਾ ਪਾ ਕੇ ਸੱਦ ਲਿਆ। ਲੈਜ਼ਲੀ ਨੂੰ ਕਾਰ ਵਿੱਚ ਪਿਛਲੀ ਸੀਟ ਤੇ ਬਿਠਾ ਲਿਆ। ਦੋਵੇਂ ਪਾਸੇ ਪੁਲਿਸ ਵਾਲੇ ਬੈਠ ਗਏ। ਨੀਲੀਆਂ ਜਗਦੀਆਂ ਬੁਝਦੀਆਂ ਬੱਤੀਆਂ ਨਾਲ ਕਾਰ ਚਲੀ ਗਈ। ਸਕਾਟ ਲੈਜ਼ਲੀ ਦੀ ਉਡੀਕ ਕਰ ਰਿਹਾ ਸੀ। ਲੈਜ਼ਲੀ ਦੀ ਪੁੱਛਗਿੱਛ ਸ਼ੁਰੂ ਹੋਈ। ਸਕਾਟ ਇੱਕ ਹੋਰ ਲੋਕਲ ਅਫਸਰ ਦੀ ਮਦਦ ਨਾਲ ਕਰ ਰਿਹਾ ਸੀ। ਲੈਜ਼ਲੀ ਦੀ ਪੁੱਛਗਿੱਛ ਸ਼ੁਰੂ ਹੋਈ ਜੋ ਸਕਾਟ ਇੱਕ ਹੋਰ ਲੋਕਲ ਅਫਸਰ ਦੀ ਮਦਦ ਨਾਲ ਕਰ ਰਿਹਾ ਸੀ। ਨਸ਼ਾ ਤੇ ਨਸ਼ੇ ਵਾਲੀਆਂ ਸਿਗਰਟਾਂ ਤੇਰੇ ਕੋਲੋਂ ਬਰਾਮਦ ਹੋਈਆਂ ਹਨ। ਇਹ ਕੇਸ ਤਾਂ ਤੇਰੇ ਤੇ ਬਣਨਾ ਹੀ ਹੈ। ਇਸ ਨਾਲ ਚੋਰੀ ਦਾ ਵੀ ਕੇਸ ਬਣਨਾ ਹੈ। ਤੈਨੂੰ ਚੋਰੀ ਦੀ ਕੀ ਲੋੜ ਸੀ ਕਲੱਬ ਵਿੱਚ? ਇਹਨਾਂ ਦੀ ਵਰਤੋਂ ਕਰ ਲੈਂਦੀ। ਅਸਲ 'ਚ ਮੇਰੇ ਬॉयਫ੍ਰੈਂਡ ਲਈ ਆ। ਉਹਨਾਂ ਨੂੰ ਇਹ ਸਿਗਰਟਾਂ ਤੇ ਨਸ਼ਾ ਪਸੰਦ ਹੈ। ਇਹਨਾਂ ਨੂੰ ਵਰਤ ਕੇ ਕੁਝ ਦੇਰ ਲਈ ਦੁਨੀਆ ਬਹੁਤ ਪਿਆਰੀ ਲੱਗਦੀ ਹੈ। ਇੰਨੇ ਪੈਸੇ ਸਾਡੇ ਕੋਲ ਹੈ ਨਹੀਂ ਕਿ ਆਪ ਖਰੀਦ ਸਕੀਏ। ਸਕਾਟ ਨੂੰ ਕੁੜੀ ਤੇ ਤਰਸ ਆਇਆ। ਕਿੰਨੇ ਲੋਕ ਨਕਲੀ ਖੁਸ਼ੀ ਦੀ ਭਾਲ ਵਿੱਚ ਪੈਸੇ ਤੇ ਸਿਹਤ ਨੂੰ ਬਰਬਾਦ ਕਰਦੇ ਆ। ਉਹਨਾਂ ਦੇ ਵੀ ਕੋਈ ਵੱਸ ਨਹੀਂ। ਖੁਸ਼ੀ ਜਿਸ ਦੇ ਉਹ ਹੱਕਦਾਰ ਹਨ, ਜਿਸ ਲਈ ਉਹ ਦਿਨ ਰਾਤ ਕੰਮ ਕਰਦੇ ਹਨ, ਪਰ ਇਹ ਸਿਸਟਮ ਦੀ ਕਮਜ਼ੋਰੀ ਹੈ ਕਿ ਉਹਨਾਂ ਨੂੰ ਨਸ਼ਿਆਂ ਰਾਹੀਂ ਖੁਸ਼ੀਆਂ ਪ੍ਰਾਪਤ ਕਰਨੀਆਂ ਪੈਂਦੀਆਂ। ਪਰ ਇਹ ਸਮਾਂ ਤਰਸਦਾ ਨਹੀਂ ਸੀ। ਤੇਰੇ ਕੋਲ ਦੋ ਰਾਹ ਨੇ, ਜਾਂ ਤਾਂ ਜੇਲ੍ਹ ਜਾਣ ਲਈ ਤਿਆਰ ਹੋ ਜਾ, ਤੇ ਜੇ ਤੂੰ ਸਾਡੀ ਮਦਦ ਕਰੇ ਤਾਂ ਅਸੀਂ ਤੇਰੀ ਮਦਦ ਕਰਾਂਗੇ। ਹੁਣ ਆਰਾਮ ਕਰ ਤੇ ਸਵੇਰੇ ਗੱਲ ਕਰਾਂਗੇ, ਕਹਿ ਕੇ ਉਹ ਬਾਹਰ ਆ ਗਏ। ਲੈਜ਼ਲੀ ਨੇ ਸਿਰ ਟੇਬਲ ਤੇ ਸੁੱਟ ਲਿਆ। ਉਸਨੇ ਅੱਧੀ ਹਾਰ ਮੰਨ ਲਈ ਸੀ। ਲੈਜ਼ਲੀ ਦੇ ਫੜੇ ਜਾਣ ਦਾ ਸਕਾਟ ਨੇ ਜੈਕੀ ਨੂੰ ਸੁਨੇਹਾ ਭੇਜ ਦਿੱਤਾ। ਅਗਲੇ ਦਿਨ ਉਹ ਹੋਰ ਪੁਲਿਸ ਦੇ ਦੋਸਤਾਂ ਨਾਲ ਯੰਗ ਨਾਈਟ ਕਲੱਬ ਵਿੱਚ ਚਲੀ ਗਈ। ਉਸਨੇ ਆਪਣੀ ਦਿੱਖ ਬਦਲੀ ਹੋਈ ਸੀ। ਅੱਖਾਂ ਤੇ ਵੱਡੇ ਵੱਡੇ ਚਸ਼ਮੇ, ਖੁੱਲੇ ਜਿਹੇ ਕੱਪੜੇ, ਲੰਬੇ ਕਾਲੇ ਵਾਲ ਤੇ ਮੇਕਅਪ ਉਸ ਨੂੰ ਬਿਲਕੁਲ ਹੀ ਬਦਲ ਦਿੱਤਾ ਸੀ। 2 ਘੰਟੇ ਵਿੱਚ ਉਸਨੇ ਕਲੱਬ ਬਾਰੇ ਮੋਟੀ ਜਿਹੀ ਜਾਣਕਾਰੀ ਇਕੱਤਰ ਕਰ ਲਈ। ਉਸਦੇ ਮਾਹੌਲ ਵਿੱਚ ਕੰਮ ਕਰਨ ਲਈ ਉਸਨੇ ਮਨੋਂ ਤਿਆਰ ਹੋਣਾ ਸੀ। ਅਗਲੇ ਦਿਨ ਉਹ ਸਾਦੇ ਜਿਹੇ ਕੱਪੜੇ ਤੇ ਸਧਾਰਨ ਜਿਹੀ ਔਰਤ ਬਣ ਕੇ ਕੰਮ ਪੁੱਛਣ ਲਈ ਚਲੀ ਗਈ। ਉਸਨੇ ਆਪਣੇ ਸਡੌਲ ਜਿਸਮ ਨੂੰ ਪਿਛਲੀ ਸ਼ਾਮ ਵਾਂਗ ਲੁਕਾਉਣ ਦਾ ਯਤਨ ਨਹੀਂ ਸੀ ਕੀਤਾ, ਸਗੋਂ ਕਿਸੇ ਹੱਦ ਤੱਕ ਬੇਲਗਾਮ ਛੱਡ ਰੱਖਿਆ ਸੀ। ਉਸ ਨੂੰ ਵੇਖ ਕੇ ਟੌਮਿਸ਼ ਉਸ ਵੱਲ ਵੇਖਦਾ ਰਹਿ ਗਿਆ। ਕਿਸੇ ਕੁੜੀ ਨੂੰ ਕੰਮ ਤੇ ਰੱਖਣ ਦੀ ਉਸ ਨੂੰ ਸਖਤ ਲੋੜ ਸੀ। ਜੈਕੀ ਤੋਂ ਉਸਦਾ ਨੈਸ਼ਨਲ ਇੰਸ਼ੋਰੈਂਸ ਨੰਬਰ ਤੇ ਉਸਦੀ ਸ਼ਨਾਖਤ ਲਈ ਪੇਪਰ ਮੰਗੇ ਤਾਂ ਉਸਨੇ ਟੌਮ ਦੇ ਅੱਗੇ ਰੱਖ ਦਿੱਤੇ। ਇਹ ਕਿਸੇ ਲਿੰਡਾ ਹਾਰਪਰ ਨਾਂ ਦੀ ਔਰਤ ਦੇ ਪੇਪਰ ਸਨ, ਜਿਸ ਦੀ ਉਮਰ ਜੈਕੀ ਦੇ ਬਰਾਬਰ ਸੀ। ਪੁਲਿਸ ਡਿਪਾਰਟਮੈਂਟ ਨੇ ਜੈਕੀ ਨੂੰ ਅੰਡਰਕਵਰ ਕੰਮ ਕਰਨ ਲਈ ਉਸਦੀ ਨਵੀਂ ਸ਼ਨਾਖਤ ਦਾ ਪ੍ਰਬੰਧ ਕੀਤਾ ਸੀ। ਜੈਕੀ ਨੂੰ ਟੌਮ ਕੋਲੇ ਨਾ ਕਰਨ ਦਾ ਕੋਈ ਕਾਰਨ ਨਹੀਂ ਸੀ। ਜੈਕੀ ਕੰਮ ਤੇ ਜਾਣ ਲੱਗੀ। ਹੌਲੀ-ਹੌਲੀ ਫੇਰ ਤੋਂ ਸਮਾਜਿਕ ਜੀਵਨ ਦੇ ਵਹਾਅ ਵਿੱਚ ਵਹਿਣ ਲੱਗਿਆ। ਜੇਲ੍ਹ ਜੀਵਨ ਹੁਣ ਉਸ ਲਈ ਯਾਦ ਦੇ ਪਿਛਵਾੜੇ ਚਲਿਆ ਗਿਆ ਸੀ। ਪਹਿਲਾਂ ਉਸਨੇ ਨਿੱਕੇ ਜਿਹੇ ਰੈਸਟੋਰੈਂਟ ਵਿੱਚ ਕੰਮ ਸ਼ੁਰੂ ਕੀਤਾ। ਦਿਨੋਂ ਦਿਨ ਉਸਦਾ ਸਵੈ ਵਿਸ਼ਵਾਸ ਵੱਧਦਾ ਗਿਆ। ਕੁਝ ਮਦਦ ਉਸ ਨੂੰ ਮੁੜ ਵਸੇਵੇ ਵਾਲੇ ਮਹਿਕਮੇ ਤੋਂ ਮਿਲੀ। 2-3 ਦਿਨ ਕੰਮ ਬਦਲਣ ਬਾਅਦ ਉਹ ਫੇਰ ਤੋਂ ਚਾਕਲੇਟ ਫੈਕਟਰੀ ਵਿੱਚ ਕੰਮ ਕਰਨ ਲੱਗਾ ਤੇ ਖੁਸ਼ ਸੀ। ਪੁਰਾਣਾ ਘਰ ਉਸਨੇ ਵੇਚ ਦਿੱਤਾ। ਉਸ ਘਰ ਤੋਂ ਕੁਝ ਸੜਕਾਂ ਛੱਡ ਕੇ ਉਸਨੇ ਹੋਰ ਘਰ ਖਰੀਦ ਲਿਆ ਸੀ। ਘਰ ਦੀ ਹਾਲਤ ਤਾਂ ਤਕਰੀਬਨ ਪਹਿਲਾਂ ਵਾਲੇ ਵਰਗੀ ਸੀ, ਪਰ ਉਸਦੀਆਂ ਡਰਾਉਣੀਆਂ ਯਾਦਾਂ ਤੋਂ ਕੁਝ ਚੈਨ ਮਿਲ ਗਿਆ। ਉਸਦੀ ਰਾਜੂ ਨਾਲ ਵੀ ਕੁਝ ਨੇੜਤਾ ਬਣ ਗਈ ਸੀ, ਭਾਵੇਂ ਅਜੇ ਵੀ ਉਹਨਾਂ ਵਿੱਚ ਇੱਕ ਨਰੋਈ ਕੰਧ ਕਾਇਮ ਸੀ। ਮਾਸਟਰ ਦੇ ਕਹਿਣ ਅਨੁਸਾਰ ਧੀਮੀ ਚਾਲ ਦੀ ਤਬਦੀਲੀ ਦਾ ਉਸਨੂੰ ਅਹਿਸਾਸ ਹੋ ਰਿਹਾ ਸੀ। ਵਾਲ ਉਸਨੇ ਫੇਰ ਤੋਂ ਕਟਾ ਦਿੱਤੇ ਸਨ ਤੇ ਦਾੜੀ ਵੀ ਸਫਾ ਚੱਟ ਕਰ ਦਿੱਤੀ ਸੀ। ਫੂਡ ਫੈਕਟਰੀ ਵਿੱਚ ਕੰਮ ਕਰਨ ਕਰਕੇ ਉਸਨੂੰ ਅਜਿਹਾ ਕਰਨਾ ਪੈਣਾ ਸੀ। ਵੈਸੇ ਵੀ ਹੁਣ ਉਹ ਸਮਾਜ ਵਿੱਚ ਰਹਿ ਕੇ ਗੁਰਦੁਆਰਿਆਂ ਦੇ ਲੀਡਰਾਂ ਦਾ ਰੋਲ ਸਮਝਣ ਲੱਗ ਪਿਆ, ਜਿਹੜੇ ਚੌਧਰਾਂ ਖਾਤਰ ਇੱਕ ਦੂਜੇ ਤੇ ਚਿੱਕੜ ਸੁੱਟਦੇ ਰਹਿੰਦੇ ਸਨ। ਉਸ ਨੂੰ ਉਹਨਾਂ ਤੋਂ ਕੋਈ ਭਲੇ ਦੀ ਉਮੀਦ ਨਹੀਂ ਸੀ। ਉਹ ਅਸਲ ਵਿੱਚ ਸਿਆਸੀ ਕਿਰਦਾਰ ਵਾਲੇ ਸਨ, ਬਸ ਧਰਮ ਦਾ ਮਖੌਟਾ ਚਾੜਿਆ ਹੋਇਆ ਸੀ। ਕੈਦ ਹੋਣ ਤੋਂ ਪਹਿਲਾਂ ਉਸਨੇ ਇਹਨਾਂ ਧਾਰਮਿਕ ਲੀਡਰਾਂ ਵੱਲ ਕਦੇ ਧਿਆਨ ਨਹੀਂ ਸੀ ਦਿੱਤਾ। ਮਾਸਟਰ ਨਾਲੋਂ ਹੁਣ ਜ਼ਿਆਦਾ ਸਮਾਂ ਗੁਜ਼ਾਰਦਾ, ਨਾਜਰ ਨੂੰ ਕੰਮ ਤੇ ਮਿਲਾਉਂਦਾ, ਪਰ ਉਸਦੇ ਘਰ ਵੱਲ ਬਹੁਤ ਘੱਟ ਚੱਕਰ ਮਾਰਦਾ। ਵੈਸੇ ਵੀ ਨਾਜਰ ਕੰਮ ਤੋਂ ਲੇਟ ਆਉਂਦਾ ਸੀ। ਮਾਸਟਰ ਨਾਲੋਂ ਜਦ ਸਮਾਂ ਮਿਲਦਾ ਬੀਅਰ ਦਾ ਗਲਾਸ ਪੀ ਲੈਂਦਾ। ਵੈਸੇ ਉਸ ਨੂੰ ਹੁਣ ਬੀਅਰ ਵਿਸਕੀ 'ਚ ਪਹਿਲਾਂ ਜਿੰਨੀ ਦਿਲਚਸਪੀ ਨਹੀਂ ਸੀ ਰਹੀ, ਤੇ ਨਾ ਹੀ ਪੀ ਕੇ ਪੁਰਾਣੇ ਦਿਨਾਂ ਵਾਂਗ ਸਰੂਰ ਦਾ ਅਹਿਸਾਸ ਹੁੰਦਾ। ਇੱਕ ਦਿਨ ਉਸਨੇ ਮਾਸਟਰ ਨਾਲ ਬੀਅਰ ਪੀਂਦਿਆਂ ਦਿਲ ਸਾਂਝਾ ਕੀਤਾ। ਮਾਸਟਰ, ਮੈਂ ਸੋਚਦਾ ਪਿੰਡ ਚੱਕਰ ਮਾਰਾਵਾਂ। ਮਾਸਟਰ ਨੇ ਜਵਾਬ ਦੇਣ ਦੀ ਥਾਂ ਬੀਅਰ ਦਾ ਗਲਾਸ ਚੱਕ ਲਿਆ ਤੇ ਸੋਚਦਿਆਂ ਘੁੱਟ ਭਰੀ। ਫਿਰ ਉਸਨੇ ਸੋਚਦਿਆਂ ਗਲਾਸ ਮੇਜ਼ ਤੇ ਰੱਖ ਦਿੱਤਾ। ਆਹੋ, ਕੱਢਿਆ ਗੇੜਾ ਜੇ ਮਨ ਕਰਦਾ, ਪਰ ਖਿਆਲ ਰੱਖੀ ਤੇਰੇ ਹਾਲਾਤ ਹੁਣ ਬਦਲ ਗਏ ਆ। ਸ਼ੇਰਾ ਪਲਕ ਉਸ ਵੱਲ ਵੇਖਦਾ ਰਿਹਾ। ਕੀ ਮਤਲਬ? ਜੀਤਾ ਦੇ ਮਾਂ-ਪਿਓ ਤਾਂ ਸ਼ਾਇਦ ਹੁਣ ਨਾ ਹੋਣ, ਜੇ ਹੋਏ ਵੀ ਤਾਂ ਤੁਰਨ ਫਿਰਨ ਜੋਗੇ ਨਹੀਂ ਹੋਣੇ, ਪਰ ਉਹਦੇ ਭਰਾ ਭਤੀਜੇ ਤਾਂ ਹੈਗੇ ਹੀ। ਮੇਰਾ ਨਹੀਂ ਖਿਆਲ ਉਹ ਕੋਈ ਪੰਗਾ ਲੈਣਗੇ, ਪਰ ਫਿਰ ਵੀ ਕਿਤੇ ਅਣੀ ਪਟੱਕੇ ਸ਼ਹਿਰ ਜਾਂ ਰਾਹ ਖੇੜੇ ਬੰਦਾ ਮਿਲ ਪਵੇ ਤਾਂ ਹਾਲਾਤ ਔਂਕੜ ਵਾਲੇ ਬਣ ਜਾਂਦੇ ਆ। ਦੂਜਾ, ਪਿੰਡ ਦੇ ਲੋਕ ਭਾਵੇਂ ਤੇਰੇ ਕੋਲੋਂ ਸੁੱਖ ਸਾਂ ਦੀ ਪੁੱਛਣ, ਤੇਰੇ ਮਨ 'ਚ ਜਾਊ ਬਈ ਦਿਲ 'ਚ ਤਾਂ ਉਹ ਜੀਤਾਂ ਬਾਰੇ ਸੋਚਦੇ ਆ। ਕਈ ਤੇਰੇ ਹੱਕ 'ਚ ਹੋਣੇ ਤੇ ਕਈ ਵਿਰੋਧੀ। ਉਸਨੇ ਫੇਰ ਗਲਾਸ ਚੱਕਿਆ ਤੇ ਘੁੱਟ ਭਰ ਕੇ ਬੋਲਣ ਲੱਗਾ। ਬੁਰਾ ਨਾ ਮਨਾਈ, ਕਦੇ ਭਰਾ ਨਾਲ ਖਤ ਪੱਤਰ ਹੋਇਆ ਵੀ ਹੈ?
ਆਹੋ ਮਾੜਾ ਮੋਟਾ ਚੱਲਦਾ, ਮਾਂ ਤਾਂ ਹੁਣ ਹੈ ਨਹੀਂ, ਮੈਂ ਵੀ ਘੱਟ ਹੀ ਲਿਖਦਾ। ਜਦੋਂ ਤੂੰ ਗਿਆ ਤਾਂ ਪਹਿਲੀ ਗੱਲ ਉਹਦੇ ਮਨ 'ਚ ਜਾਊ ਬਈ ਤੂੰ ਜ਼ਮੀਨ ਦਾ ਹਿੱਸਾ ਬਣਾਉਣਾ ਆ। ਨਹੀਂ, ਮੇਰਾ ਇਹੋ ਜਿਹਾ ਕੋਈ ਇਰਾਦਾ ਨਹੀਂ। ਚੰਗੀ ਗੱਲ ਆ, ਬਹੁਤ ਬੰਦੇ ਜਾ ਕੇ ਭਰਾਵਾਂ ਨਾਲ ਲੜਾਈ ਖੜੀ ਕਰ ਲੈਂਦੇ ਆ। ਜੱਟ ਨੂੰ ਜ਼ਮੀਨ ਛੱਡਣੀ ਜ਼ਿੰਦਗੀ ਛੱਡਣ ਬਰਾਬਰ ਹੁੰਦੀ ਹੈ। ਜੇ ਜਾਣਾ ਏ ਤਾਂ ਪਹਿਲਾਂ ਉਹਨੂੰ ਸਾਫ਼ ਕਰ ਦੀ, ਬਸ ਉਹ ਤੇਰੇ ਨਾਲ ਦਿਲੋਂ ਖੜਾ ਰਹੂ। ਸ਼ੇਰੇ ਨੇ ਕੁਝ ਸੋਚਿਆ ਨਹੀਂ ਸੀ। ਉਸਨੂੰ ਤਾਂ ਕ੍ਰਿਸਮਸ ਤੇ 2 ਹਫ਼ਤੇ ਦੀਆਂ ਛੁੱਟੀਆਂ ਸਨ ਤੇ 2 ਉਸਨੇ ਹੋਰ ਲੈਣੀਆਂ ਸਨ। ਕੁਝ ਵੀ ਸੀ, ਜਨਮ ਭੂਮੀ ਦਾ ਮੋਹ ਉਸਨੂੰ ਹਾਕਾ ਮਾਰ ਰਿਹਾ ਸੀ। ਪਰ ਮਾਸਟਰ ਦੀ ਗੱਲ ਸੁਣ ਕੇ ਉਹ ਫਿਰ ਤੋਂ ਡਾਵਾਂਡੋਲ ਹੋ ਗਿਆ। ਮਾਸਟਰ ਨੇ ਉਸਦੇ ਮਨ ਨੂੰ ਸਮਝ ਲਿਆ ਸੀ ਤੇ ਉਹ ਗੱਲ ਨੂੰ ਬਦਲਣਾ ਚਾਹੁੰਦਾ ਸੀ। ਨਾਜਰ ਕਹਿੰਦਾ ਸੀ ਆਉਣ ਨੂੰ, ਪਰ ਅਜੇ ਆਇਆ ਨਹੀਂ। ਮਾਸਟਰ ਨੇ ਗੁੱਟ ਤੇ ਬੰਨੀ ਘੜੀ ਵੱਲ ਵੇਖਿਆ। ਅੱਛਾ, ਮੇਰੇ ਨਾਲ ਤਾਂ ਗੱਲ ਨਹੀਂ ਹੋਈ, ਕਈ ਦਿਨ ਹੋ ਗਏ। ਪਹਿਲਾਂ ਆਫਟਰਨੂਨ ਵਾਲੀ ਸ਼ਿਫਟ ਸੀ, ਅੱਜ ਸਵੇਰੇ ਰਾਤਾਂ ਖਤਮ ਹੋਈਆਂ। ਲੈ ਆ ਗਿਆ। ਮਾਸਟਰ ਨੇ ਨਾਜਰ ਨੂੰ ਪੱਬ ਦੇ ਬੂਹੇ ਅੰਦਰ ਲੰਘਦਿਆਂ ਨੂੰ ਵੇਖ ਲਿਆ ਸੀ। ਸ਼ੇਰਾ ਉਸ ਲਈ ਬੀਅਰ ਦਾ ਗਲਾਸ ਲੈਣ ਚਲਾ ਗਿਆ ਤੇ ਨਾਜਰ ਮਾਸਟਰ ਕੋਲੇ ਕੁਰਸੀ ਤੇ ਬੈਠ ਗਿਆ। ਬੀਅਰ ਪੀਂਦਿਆਂ ਉਹ ਆਮ ਜੀਆਂ ਗੱਲਾਂ ਕਰਦੇ ਰਹੇ। ਮਾਸਟਰ ਨੇ ਗੱਲ ਬਦਲੀ। ਨਾਜਰ ਸਿਆਂ, ਹੁਣ ਤਾਂ ਮੁੰਡੇ ਵਿਆਹੁਣ ਵਾਲੇ ਹੋ ਗਏ। ਰਾਜੂ ਵੀ ਲੌ ਕਰ ਆਇਆ, ਨੌਕਰੀਆਂ ਮਿਲ ਗਈਆਂ, ਦਿਖਾਓ ਕੋਈ ਵਿਆਹ ਤੇ ਪਾਈਏ ਭੰਗੜਾ। ਉਸ ਦੀਆਂ ਅੱਖਾਂ ਨੱਚ ਰਹੀਆਂ ਸਨ। ਮਾਸਟਰ ਜੀ, ਅਸੀਂ ਤਾਂ ਪੈਪ ਨੂੰ ਬਥੇਰਾ ਜ਼ੋਰ ਲਾਉਂਦੇ ਆ ਬਈ ਸਾਡੇ ਨਾਲ ਚੱਲ ਇੰਡੀਆ, ਜਿਹੜੀ ਕੁੜੀ ਕਹੇਂਗੇ ਵਿਆਹ ਕਰ ਦਾਂਗੇ, ਨਹੀਂ ਤਾਂ ਸਾਡੇ ਤੇ ਰਹਿਣ ਦੇ। ਅਸੀਂ ਕੋਈ ਚੰਗਾ ਖਾਨਦਾਨ ਤੇ ਚੰਗੀ ਪੜ੍ਹੀ ਲਿਖੀ ਬੱਚੀ ਲੱਭ ਕੇ ਗੱਲ ਪੱਕੀ ਕਰ ਆਉਨੇ ਆ, ਵਿਆਹ ਇੱਥੇ ਕਰ ਲਵਾਂਗੇ। ਪਰ ਕੋਈ ਲੜ ਨਹੀਂ ਫੜਾਉਂਦਾ। ਨਾਜਰ ਨੇ ਰਾਜੂ ਦੀ ਥਾਂ ਪੈਪ ਦੀ ਹੀ ਗੱਲ ਕੀਤੀ। ਉਹ ਸ਼ੇਰੇ ਦੇ ਮਨ ਵਿੱਚ ਕੋਈ ਗਲਤਫਹਿਮੀ ਪੈਦਾ ਹੋਣ ਤੋਂ ਸਦਾ ਹੀ ਡਰਦਾ ਰਹਿੰਦਾ। ਤੁਸੀਂ ਪੈਪ ਨੂੰ ਵੀ ਪੁੱਛੋ ਬਈ, ਉਹਦਾ ਮਨ ਕੀ ਕਹਿੰਦਾ। ਨਿਆਣਿਆਂ ਨੂੰ ਇਹਨਾਂ ਗੱਲਾਂ ਬਾਰੇ ਬਹੁਤਾ ਪਤਾ ਨਹੀਂ ਹੁੰਦਾ। ਰਾਣੀ ਵੀ ਪਹਿਲਾਂ ਨਾ ਨੌਕਰ ਜੀ ਕਰਦੀ ਸੀ, ਹੁਣ ਦੇਖ ਲਓ ਮੌਜਾਂ ਕਰਦੀ ਹੈ। ਨਾਜਰ ਸਿਆਂ, ਆਪਣੇ ਇੱਕ ਨੁਕਸ ਹੈ। ਅਸੀਂ ਨਿਆਣੇ ਇੱਥੇ ਪਾਲ ਲਏ, ਪੜ੍ਹਾ ਲਏ, ਪਰ ਉਹਨਾਂ ਦੇ ਵਿਆਹ ਸ਼ਾਦੀਆਂ ਵਰਗੇ ਮਸਲਿਆਂ ਬਾਰੇ ਆਪਣੀ ਐਨਕ ਨਹੀਂ ਬਦਲੀ। ਰਾਣੀ ਖੁਸ਼ ਆ, ਚੰਗੀ ਗੱਲ ਆ, ਪਰ ਜੇ ਉਹਦੇ ਮਨ ਦੀ ਗੱਲ ਸੁਣੀ ਜਾਂਦੀ ਤਾਂ ਉਹ ਹੋਰ ਵੀ ਖੁਸ਼ ਹੁੰਦੀ। ਪਰ ਕੁੜੀਆਂ ਦੀ ਜ਼ਮਾਨਤਾਂ ਅਸੀਂ ਗਹਿਣੇ ਲਈ ਹੋਈ ਆ। ਖੈਰ, ਪੈਪ ਨੂੰ ਪੁੱਛ ਤਾਂ ਸਹੀ, ਉਹ ਚਾਹੁੰਦਾ ਕੀ ਹੈ। ਮਾਸਟਰ ਦੀ ਆਵਾਜ਼ ਵਿੱਚ ਬੇਮਲੂਮ ਜਿਹੀ ਸਖਤੀ ਸੀ। ਪੁੱਛਿਆ, ਹੁਣ ਤੁਹਾਡੇ ਤੋਂ ਤਾਂ ਕੋਈ ਲੁਕੋ ਨਹੀਂ, ਉਹਦੇ ਨਾਲ ਕੋਈ ਗੋਰੀ ਕੰਮ ਕਰਦੀ ਆ, ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ। ਬਥੇਰਾ ਸਮਝਾਇਆ, ਪਰ ਗੱਲ ਉਹਦੇ ਖਾਨੇ ਨਹੀਂ ਪੈਂਦੀ। ਨਾਜਰ ਸਿਆ, ਗੋਰੀ ਕੁੜੀ ਨਾਲ ਵਿਆਹ ਕਰਨ 'ਚ ਤੁਹਾਨੂੰ ਕੀ ਇਤਰਾਜ਼ ਹੈ? ਮੇਰਾ ਮਤਲਬ ਇਹਨਾਂ ਦੀ ਨਸਲ ਕਿਸੇ ਪੱਖੋਂ ਸਾਡੇ ਨਾਲੋਂ ਮਾੜੀ ਤਾਂ ਹੈ ਨਹੀਂ। ਪੈਪ ਨੇ ਇੱਥੇ ਰਹਿਣਾ, ਇਹੋ ਕਲਚਰ ਉਹਦੇ ਬੱਚਿਆਂ ਨੇ ਅਪਣਾਉਣਾ, ਉਹਨੇ ਕੀ ਆਪਾਂ ਵੀ ਇੱਥੇ ਰਹਿਣਾ, ਫਿਰ ਵਿਆਹ ਕਰਨ 'ਚ ਕੀ ਨੁਕਸਾਨ? ਮਾਸਟਰ ਜੀ, ਤੁਸੀਂ ਸਿਆਣੇ ਆ, ਸਾਡੇ ਨਾਲ ਇਹਨਾਂ ਦੀ ਨਿਭਦੀ ਨਹੀਂ। ਇਹਨਾਂ ਦਾ ਕੀ ਪਤਾ ਕਦੋਂ ਛੱਡ ਕੇ ਤੁਰ ਜਾਣ। ਗਲਤ ਗੱਲ। ਫਰਕ ਇੰਨਾ ਕਾ ਬਾਈ, ਅਸੀਂ ਇੱਕ ਦੂਜੇ ਦਾ ਸਿਰ ਪਾੜ ਕੇ ਵੀ ਇਕੱਠੇ ਰਹਿੰਦੇ ਆ। ਇਹ ਜਦੋਂ ਨਹੀਂ ਬਣਦੀ ਤਾਂ ਸਿਰ ਨਹੀਂ ਪਾੜਦੇ, ਆਪਦੇ ਰਾਹ ਚੁਣ ਲੈਂਦੇ ਆ। ਮੈਨੂੰ ਤਾਂ ਇਹ ਗੱਲ ਠੀਕ ਲੱਗਦੀ ਆ। ਪੱਬ ਦੀ ਘੰਟੀ ਵੱਜ ਗਈ ਸੀ। ਪੱਬ ਬੰਦ ਹੋਣ ਦਾ ਸਮਾਂ ਹੋ ਗਿਆ ਸੀ। ਅੱਧੇ ਘੰਟੇ ਵਿੱਚ ਸਭ ਨੇ ਪੱਬ ਖਾਲੀ ਕਰ ਦੇਣਾ ਸੀ। ਉਹਨਾਂ ਨੇ ਵੀ ਗਲਾਸ ਖਾਲੀ ਕੀਤੇ ਤੇ ਆਪਣੇ ਘਰਾਂ ਨੂੰ ਜਾਣ ਲਈ ਉੱਠ ਖੜੇ ਹੋਏ। ਨਾਜਰ ਸਿਆਂ, ਬੱਚਿਆਂ ਨੂੰ ਜਿੰਨਾ ਸਮਝਾਉਣਾ ਜ਼ਰੂਰੀ ਹੈ, ਉਹਨਾਂ ਸਮਝਣਾ ਵੀ ਜ਼ਰੂਰੀ ਹੈ। ਜੇ ਉਹਨਾਂ ਤੇ ਆਪਦੇ ਫੈਸਲੇ ਠੋਸੀ ਜਾਵਾਂਗੇ ਤਾਂ ਬੱਚਿਆਂ ਦਾ ਬਾਗੀ ਹੋਣਾ ਬਹੁਤ ਸੰਭਵ ਹੈ। ਫਿਰ ਸਾਡੇ ਹੱਥ ਕੁਝ ਨਹੀਂ ਰਹਿੰਦਾ। ਨਾਜਰ ਦੇ ਦਿਮਾਗ ਵਿੱਚ ਸਾਰੀ ਰਾਤ ਮਾਸਟਰ ਦੀਆਂ ਗੱਲਾਂ ਘੁੰਮਦੀਆਂ ਰਹੀਆਂ। ਉਸਨੇ ਲੋਕਾਂ ਦੇ ਬੱਚਿਆਂ ਨੂੰ ਗੋਰਿਆਂ ਕਾਲਿਆਂ ਨਾਲ ਅਵਾਰਾ ਫਿਰਦੇ ਵੇਖਿਆ ਸੀ। ਮਾਂ ਪਿਓ ਤਾਂ ਪੈਸੇ ਕਮਾਉਣ ਲਈ ਫੈਕਟਰੀਆਂ ਵਿੱਚ ਓਵਰਟਾਈਮ ਲਾਉਂਦੇ ਰਹਿੰਦੇ ਤੇ ਬੱਚੇ ਅਵਾਰਾ ਘੁੰਮਦੇ। ਕਈ ਨਸ਼ੇ ਵਰਤਣ ਲੱਗੇ ਤੇ ਕਈ ਕੁੜੀਆਂ ਕੁਆਰੀਆਂ ਮਾਵਾਂ ਬਣ ਗਈਆਂ। ਨਾਜਰ ਸਿੰਘ ਅਜਿਹਾ ਕੁਝ ਨਹੀਂ ਸੀ ਚਾਹੁੰਦਾ। ਸਵੇਰੇ ਜਾਗਿਆ ਤੇ ਪ੍ਰੀਤੂ ਨੂੰ ਵੀ ਜਗਾ ਲਿਆ। ਆਪਣੇ ਮਨ ਦੀ ਉਪਰਾਮਤਾ ਜ਼ਾਹਰ ਕੀਤੀ ਤੇ ਪੈਪ ਨਾਲ ਫੈਸਲਾ ਕਰਨ ਬਾਰੇ ਕਿਹਾ। ਗੋਰੀ ਨਾਲ ਆਪਣਾ ਗੁਜ਼ਾਰਾ ਨਹੀਂ ਹੋਣਾ। ਉਹਨੇ ਮੁੰਡੇ ਨੂੰ ਉਂਗਲ ਲਾ ਕੇ ਨਾਲ ਲੈ ਜਾਣਾ ਤੇ ਆਪਾਂ ਬੈਠਿਆਂ ਨੇ ਦੇਖਦੇ ਰਹਿ ਜਾਣਾ। ਮੈਂ ਤਾਂ ਕਹਿਣੀ ਆ ਪਿੰਡ ਕੋਠੀ ਪਾ ਲਈਏ, ਲੋਕਾਂ 'ਚ ਪੂਰਾ ਮਾਣ ਇੱਜ਼ਤ ਬਣੇ, ਫਿਰ ਮੁੰਡੇ ਦਾ ਵਿਆਹ ਕਰੀਏ। ਪ੍ਰੀਤੋ ਨੇ ਹੋਰ ਹੀ ਸੁਪਨਾ ਉਜਾਗਰ ਕਰ ਦਿੱਤਾ। ਪ੍ਰੀਤੋ, ਆਪਾਂ ਕਿਹੜਾ ਪਿੰਡ ਰਹਿਣਾ, ਮਸਾਂ 2 ਹਫ਼ਤੇ ਹੁੰਦੇ ਆ, ਭੱਜੇ ਮੋੜਾਈ ਦਾ। ਜਿੰਨੇ ਕੋਠੀ ਤੇ ਲਾਉਣੇ ਆ ਉਹਦੇ ਵਿਆਜ ਨਾਲ ਸ਼ਹਿਰ 'ਚ ਹੋਟਲ ਵਿੱਚ ਰਹਿ ਆਈਏ, ਤਾਂ ਵੀ ਕੋਈ ਫਿਕਰ ਨਾ ਫਾਕਾ, ਨਾ ਸਾਹਮਣਾ ਸਭਾਈ ਦਾ ਪੰਗਾ ਤੇ ਨਾ ਹੀ ਪਿੰਡ 'ਚ ਇੱਜ਼ਤ। ਪ੍ਰੀਤੋ ਨੇ ਨਹੌਰਾ ਮਾਰਿਆ। ਤੂੰ ਮੁੱਖ ਮੁੱਦਾ ਤਾਂ ਭੁਲਾਈ ਦਿੱਤਾ, ਹੋਰ ਹੀ ਕਸੀਦਾ ਕੱਤਣ ਲੱਗ ਗਈ। ਐਤਵਾਰ ਨੂੰ ਮੁੰਡੇ ਨਾਲ ਗੱਲ ਕਰੀਏ, ਬਾਕੀ ਫਿਰ ਦੇਖੀ ਜਾਊ। ਨਾਜਰ ਉੱਠ ਕੇ ਕੰਮ ਲਈ ਤਿਆਰ ਹੋਣ ਲੱਗਾ। ਸ਼ਨਿਚਰਵਾਰ ਦੀ ਰਾਤ ਨੂੰ ਉਹ ਦੁਕਾਨ ਤੋਂ ਆਇਆ ਤੇ ਪ੍ਰੀਤੋ ਕੱਲੀ ਘਰ ਸੀ। ਦੋਵੇਂ ਮੁੰਡੇ ਘਰ ਨਹੀਂ ਸਨ। ਉਸਨੇ ਪੁੱਛਿਆ ਤਾਂ ਪ੍ਰੀਤੋ ਨੇ ਪਤਾ ਨਹੀਂ ਕਹਿ ਕੇ ਜਵਾਬ ਦਿੱਤਾ। ਉਹ ਫੇਰ ਗੱਲਾਂ ਕਰਦੇ ਰਹੇ। ਉਹ ਉਹਨਾਂ ਨੂੰ ਉਡੀਕਦੇ ਵੀ ਸਨ ਤੇ ਫਿਕਰਮੰਦ ਵੀ ਸਨ। ਰਾਤ ਦੇ 1:30 ਵਜੇ ਮਲਕੜੇ ਬੂਹਾ ਖੁੱਲਿਆ ਤੇ ਉਹ ਅਸ਼ੋਪਲੇ ਅੰਦਰ ਆ ਗਏ। ਅੱਗੇ ਵੇਖਿਆ ਤੇ ਮਾਂ-ਪਿਓ ਇਹਨਾਂ ਦੀ ਉਡੀਕ ਵਿੱਚ ਬੈਠੇ ਸਨ। ਕਿਵੇਂ ਬਈ, ਕਿਵੇਲਾ ਕਰਤਾ? ਡੈਡ, ਮੇਰੇ ਇੱਕ ਫਰੈਂਡ ਦਾ ਬਰਥਡੇ ਸੀ, ਅਸੀਂ ਉੱਥੇ ਚਲੇ ਗਏ ਤੇ ਲੇਟ ਤਾਂ ਫਿਰ ਹੋ ਹੀ ਜਾਈਦਾ, ਪੈਪ ਨੇ ਜਵਾਬ ਦਿੱਤਾ ਤੇ ਰਾਜੂ ਚੁੱਪ ਰਿਹਾ। ਰੋਟੀ ਖਾਣੀ ਜਾਂ ਖਾ ਕੇ ਆਏ? ਪ੍ਰੀਤੋ ਨੇ ਰੁੱਖਾ ਜਿਹਾ ਪੁੱਛਿਆ। ਖਾ ਕੇ ਆਏ ਆ, ਤੁਸੀਂ ਸੌਂ ਜਾਓ, ਅਸੀਂ ਵੀ ਸੌਣ ਲੱਗੇ ਆ। ਸਵੇਰੇ ਉੱਠੇ ਤੇ ਨਾਜਰ ਨੇ ਪੈਪ ਨਾਲ ਗੱਲ ਚਲਾ ਲਈ। ਡੈਡ, ਇੰਡੀਆ ਮੈਂ ਵਿਆਹ ਨਹੀਂ ਕਰਾਉਣਾ। ਮੈਨੂੰ ਪੜ੍ਹਨ ਦਾ ਕੀ ਫਾਇਦਾ ਜੇ ਮੈਂ ਇੰਡੀਆ ਹੀ ਵਿਆਹ ਕਰਾਉਣਾ ਸੀ? ਕਿਉਂ ਇੰਡੀਆ ਕੁੜੀਆਂ ਪੜ੍ਹੀਆਂ ਲਿਖੀਆਂ ਨਹੀਂ?
ਪ੍ਰੀਤੋ ਨੇ ਥੋੜੇ ਗੜਕੇ ਨਾ ਕਿਹਾ। ਪੈਬ ਚੁੱਪ ਰਿਹਾ। ਉਸਦੇ ਚਿਹਰੇ ਤੇ ਉਲਝਣ ਸੀ। ਥੋੜੀ ਚੁੱਪ ਬਾਅਦ ਉਹ ਬੋਲਿਆ, ਮੈਂ ਇੰਡੀਆ ਵਿਆਹ ਨਹੀਂ ਕਰਾਉਣਾ। ਜੇ ਕਰਨਾ ਮੇਰੀ ਮਰਜ਼ੀ ਨਾਲ ਕਰੋ, ਨਹੀਂ ਤਾਂ ਮੈਂ ਵਿਆਹ ਤੋਂ ਬਿਨਾਂ ਹੀ ਠੀਕ ਹਾਂ। ਉਹਨਾਂ ਨੇ ਇੱਕ ਦੂਜੇ ਵੱਲ ਵੇਖਿਆ। ਉਹ ਕੁਝ ਦੇਰ ਲਈ ਉਹਨਾਂ ਦੀ ਜੀਭ ਠਾਕੀ ਗਈ। ਤੂੰ ਫਿਰ ਆਪਦੀ ਮਰਜ਼ੀ ਵੀ ਦੱਸ ਦੇ, ਪ੍ਰੀਤੋ ਬੋਲੀ। ਮੇਰੇ ਨਾਲ ਕੁੜੀ ਕੰਮ ਕਰਦੀ ਹੈ, ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ। ਮੈਨੂੰ ਪਤਾ ਤੁਸੀਂ ਗੋਰੀ ਨਾਲ ਵਿਆਹ ਕਰਕੇ ਖੁਸ਼ ਨਹੀਂ, ਪਰ ਮੈਂ ਉਹਦੇ ਬਿਨਾਂ ਕਿਸੇ ਹੋਰ ਬਾਰੇ ਸੋਚਿਆ ਵੀ ਨਹੀਂ, ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲਾ ਗਿਆ। ਉਹ ਦੋਵੇਂ ਨਾ ਸ਼ਬਦ ਬੈਠੇ ਰਹੇ। ਸਕਾਟ ਨੂੰ ਵਿਆਹ ਬਾਰੇ ਹੋ ਰਹੀ ਬਹਿਸ ਦੀ ਸਮਝ ਨਹੀਂ ਸੀ ਆ ਰਹੀ, ਨਾ ਹੀ ਉਸਨੂੰ ਪਤਾ ਚੱਲ ਰਿਹਾ ਸੀ ਕਿ ਪੈਵ ਨੇ ਆਪਣਾ ਫੈਸਲਾ ਲੈ ਕੇ ਵਿਆਹ ਕਿਉਂ ਨਾ ਕਰਾਇਆ। ਉਸਨੇ ਇਹ ਭਾਗ ਹੀ ਰਿਪੋਰਟ ਵਿੱਚੋਂ ਕੱਢ ਦਿੱਤਾ। ਵੈਸੇ ਵੀ ਕੇਸ ਨਾਲ ਇਸ ਦਾ ਸਬੰਧ ਨਹੀਂ ਸੀ ਬਣਦਾ। ਉਹ ਸੋਚ ਹੀ ਰਿਹਾ ਸੀ ਕਿ ਟੈਲੀਫੋਨ ਦੀ ਘੰਟੀ ਵੱਜੀ। ਰਿਚਰਡ ਤੇ ਐਨ ਉਸ ਨੂੰ ਮਿਲਣ ਲਈ ਆ ਰਹੇ ਸਨ। ਉਸਨੇ ਉਹਨਾਂ ਨਾਲ ਮੀਟਿੰਗ ਦਫ਼ਤਰ ਵਿੱਚ ਹੀ ਰੱਖੀ। ਉਹ ਉਹਨਾਂ ਦੀ ਉਡੀਕ ਕਰਨ ਲੱਗਾ। ਕੱਲ੍ਹ ਸ਼ਾਮ ਨੂੰ ਫਿਊਚਰ ਪਾਰਟੀ ਨਾਂ ਦੀ ਇੱਕ ਅਣਜਾਣੀ ਜਿਹੀ ਸੰਸਥਾ ਦੀ ਮੀਟਿੰਗ ਸੀ। ਉਸ ਵਿੱਚ ਫਿਊਚਰ ਲਿਵਿੰਗ ਦੇ ਦੋਵੇਂ ਡਾਇਰੈਕਟਰ ਵੀ ਹਾਜ਼ਰ ਸਨ। ਮੀਟਿੰਗ ਖੁੱਲ੍ਹੀ ਸੀ, ਪਰ ਕੋਈ 25-30 ਲੋਕਾਂ ਦੀ ਹਾਜ਼ਰੀ ਸੀ। ਰਿਚਰਡ ਨੇ ਸਕਾਟ ਵੱਲ ਵੇਖਿਆ, ਜਿਹੜਾ ਧਿਆਨ ਨਾਲ ਸੁਣ ਰਿਹਾ ਸੀ। ਦਰਅਸਲ ਇਹ ਸੰਸਥਾ ਗੈਰੀ ਨੇ ਸ਼ੁਰੂ ਕੀਤੀ ਸੀ। ਇਸ ਦੇ ਆਧਾਰ ਤੇ ਹੀ ਫਿਊਚਰ ਲਿਵਿੰਗ ਬਿਜ਼ਨਸ ਕਰ ਰਹੀ ਹੈ। ਪਰ ਉਹ ਆਧਾਰ ਕੀ ਹੈ? ਮੀਟਿੰਗ ਦੀ ਰਿਕਾਰਡਿੰਗ ਹੈਗੀ ਹੈ, ਸੁਣ ਲਵੋ। ਵੈਸੇ ਜੇ ਕੌਫੀ ਦਾ ਕੱਪ ਵੀ ਮਿਲ ਜਾਵੇ ਤਾਂ ਬਹੁਤ ਚੰਗਾ ਹੈ, ਰਿਚਰਡ ਮੁਸਕਰਾਉਂਦਿਆਂ ਬੋਲਿਆ। ਸਕਾਟ ਨੇ ਕੌਫੀ ਦਾ ਆਰਡਰ ਦੇ ਦਿੱਤਾ ਤੇ ਉਹ ਰਿਕਾਰਡਿੰਗ ਸੁਣ ਲਈ ਮੇਜ਼ ਦੁਆਲੇ ਬੈਠ ਗਏ। ਦੋਸਤੋ, ਅੱਜ ਸਮੇਂ ਬਹੁਤ ਬਦਲ ਗਏ ਹਨ। ਸਮੇਂ ਨੇ ਤਾਂ ਬਦਲਣਾ ਹੀ ਹੁੰਦਾ, ਪਰ ਜੇ ਆਪਾਂ ਆਪਣੀ ਕੋਸ਼ਿਸ਼ ਕਰੀਏ ਤਾਂ ਹਾਲਾਤ ਤੇ ਸਮੇਂ ਨੂੰ ਆਪਣੇ ਅਨੁਸਾਰ ਢਾਲ ਸਕਦੇ ਹਾਂ, ਜਿਹੜਾ ਵਿਸ਼ੇਸ਼ ਰੂਪ ਵਿੱਚ ਔਖਾ ਕੰਮ ਹੈ। ਕੁਝ ਸਾਲ ਪਹਿਲਾਂ ਯੂਰਪ ਵਿੱਚ ਫੈਕਟਰੀਆਂ ਦੀ ਬਹੁਲਤਾ ਸੀ। ਕਾਰਖਾਨੇਦਾਰ ਫੈਕਟਰੀਆਂ ਚਲਾਉਂਦੇ ਸਨ, ਮਜ਼ਦੂਰ ਉਤਪਾਦਨ ਕਰਦੇ ਸਨ। ਮਸ਼ੀਨਾਂ ਚਲਾਉਣ ਲਈ ਵੀ ਮਜ਼ਦੂਰ ਚਾਹੀਦੇ ਸਨ। ਮਜ਼ਦੂਰ ਤੇ ਕਾਰਖਾਨੇਦਾਰ ਵਿੱਚ ਸਿੱਧਾ ਰਿਸ਼ਤਾ ਸੀ। ਮਜ਼ਦੂਰਾਂ ਦੀ ਮਿਹਨਤ ਦਾ ਮੁੱਲ ਘੱਟ ਮਿਲਦਾ ਤੇ ਉਹ ਕਾਰਖਾਨੇਦਾਰ ਤੋਂ ਮੰਗਾਂ ਮੰਗਦੇ। ਮਜ਼ਦੂਰ ਦੀ ਮਿਹਨਤ ਦਾ ਬਹੁਤਾ ਫਲ ਮਾਲਕ ਹੜੱਪ ਲੈਂਦਾ। 80ਵਿਆਂ ਦੀ ਅਖੀਰ ਵਿੱਚ ਇਹ ਬਦਲਣਾ ਸ਼ੁਰੂ ਹੋਇਆ। ਫੈਕਟਰੀਆਂ ਯੂਰਪ ਵਿੱਚ ਅਲੋਪ ਹੋਣ ਲੱਗੀਆਂ ਤੇ ਚੀਨ ਵਰਗੇ ਸਸਤੀ ਮਜ਼ਦੂਰੀ ਵਾਲੀਆਂ ਥਾਵਾਂ ਤੇ ਚਲੀ ਗਈਆਂ। ਬ੍ਰਿਟੇਨ ਵਿੱਚ 10% ਮਜ਼ਦੂਰ ਵਿਹਲੇ ਹੋ ਗਏ। ਵਿਸ਼ਵੀਕਰਨ ਦਾ ਰੌਲਾ ਪੈ ਗਿਆ। ਉਤਪਾਦਨ ਵੱਧ ਗਿਆ, ਵਧਣਾ ਹੀ ਸੀ, ਕਿਉਂਕਿ ਜੋ ਮਸ਼ੀਨੀਕਰਨ ਵਿੱਚ ਇਨਕਲਾਬ ਆਇਆ, ਵਿਗਿਆਪਨ ਰਾਹੀਂ ਲੋਕਾਂ ਦੇ ਸੁਹਜ ਸਵਾਜ ਬਦਲਣ ਦਾ ਸਿਲਸਿਲਾ ਚੱਲ ਪਿਆ। ਲੋਕਾਂ ਦੇ ਮਨ ਵਿੱਚ ਇੱਕੋ ਗੱਲ ਵਾਰ-ਵਾਰ ਪਹੁੰਚਾਈ ਜਾਂਦੀ ਕਿ ਬ੍ਰਾਂਡਡ ਕੱਪੜੇ ਲੱਤੇ ਪਾਓ, ਤੁਹਾਡਾ ਮਾਣ ਤਾਣ ਸਤਿਕਾਰ ਇਹਨਾਂ ਨਾਲ ਵਧੇਗਾ। ਨਵੇਂ ਮਾਡਲ ਦਾ ਫੋਨ ਖਰੀਦਣ ਵਾਸਤੇ ਲੋਕ ਸਾਰੀ ਰਾਤ ਸਟੋਰ ਦੇ ਦਰਵਾਜ਼ੇ ਵਿੱਚ ਖੜੇ ਰਹਿੰਦੇ ਸਨ, ਸਿਰਫ ਇਹ ਦੱਸਣ ਲਈ ਕਿ ਉਹ ਪਹਿਲਾਂ ਜਾਂ ਤਾਂ ਦੂਜਾ ਬੰਦਾ ਸੀ ਜਿਸ ਨੇ ਇਸ ਮਾਡਲ ਦਾ ਫੋਨ ਪਹਿਲਾਂ ਖਰੀਦਿਆ। ਲੋਕਾਂ ਨੂੰ ਚੇਤਨਾ ਤੇ ਚਿੰਤਨ ਤੋਂ ਦੂਰ ਰੱਖਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਜਾਣੀ ਲੋਕਾਂ ਦੀ ਆਰਥਿਕ ਹਾਲਤ ਤੇ ਪਹੁੰਚ ਨਹੀਂ ਬਦਲੀ, ਸਗੋਂ ਉਹਨਾਂ ਦਾ ਕਲਚਰ ਵੀ ਬਦਲ ਦਿੱਤਾ ਹੈ। ਕੌਫੀ ਆ ਗਈ ਸੀ, ਰਿਕਾਰਡਿੰਗ ਚੱਲ ਰਹੀ ਸੀ। ਉਹਨਾਂ ਨੇ ਕੌਫੀ ਦੀਆਂ ਘੁੱਟਾਂ ਭਰੀਆਂ ਤੇ ਫਿਰ ਧਿਆਨ ਦੇਣ ਲੱਗੇ। ਹੁਣ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵੀਕਰਨ ਤੋਂ ਉਹ ਫਾਇਦਾ ਨਹੀਂ ਹੋਇਆ ਜਿਸ ਦੀ ਉਮੀਦ ਸੀ। ਸਵਾਲ ਹੈ ਕਿਸ ਨੂੰ ਫਾਇਦਾ ਨਹੀਂ ਹੋਇਆ? ਮਜ਼ਦੂਰਾਂ ਜਾਂ ਆਮ ਲੋਕਾਂ ਨੂੰ ਤਾਂ ਹੋਣਾ ਨਹੀਂ ਸੀ। ਉਸ ਦਾ ਮਤਲਬ ਸਿਰਫ ਅਮੀਰ ਲੋਕਾਂ ਤੋਂ ਹੈ। ਹੁਣ ਰਾਸ਼ਟਰੀ ਕੰਪਨੀਆਂ ਬਣਾਈਆਂ ਜਾ ਰਹੀਆਂ ਤੇ ਛੋਟੀਆਂ ਕੰਪਨੀਆਂ ਨੂੰ ਉਹ ਜਜ਼ਬ ਕਰ ਰਹੀਆਂ। ਵੱਡੇ ਸਟੋਰ ਛੋਟਿਆਂ ਨੂੰ ਖਾ ਰਹੇ ਹਨ। ਟ੍ਰੇਡ ਯੂਨੀਅਨਾਂ ਖਤਮ ਹੋ ਰਹੀਆਂ ਹਨ। ਪਹਿਲਾਂ ਦਫ਼ਤਰ ਨੂੰ ਘਰ ਲਿਜਾਣ ਤੋਂ ਵਰਤਿਆ ਜਾਂਦਾ ਸੀ, ਹੁਣ ਲੋਕ ਦਫ਼ਤਰ ਨਾਲ ਚੁੱਕੀ ਫਿਰਦੇ ਹਨ। ਐਪਲ, ਐਮਾਜ਼ੋਨ, ਗੂਗਲ ਵਰਗੀਆਂ ਕੰਪਨੀਆਂ ਯੂਰਪ ਦੇ ਛੋਟੇ ਦੇਸ਼ਾਂ ਦੀਆਂ ਸਰਕਾਰਾਂ ਤੋਂ ਵੱਧ ਦੀਆਂ ਮਾਲਕਾਂ ਹਨ। ਹੁਣ ਇਹ ਕਾਰਪੋਰੇਟ ਜਗਤ ਲੋਕਾਂ ਵਿੱਚ ਅਮੀਰੀ ਗਰੀਬੀ ਦਾ ਪਾੜਾ ਬਹੁਤ ਤੇਜ਼ੀ ਨਾਲ ਵਧਾ ਰਿਹਾ ਹੈ। ਕਾਰਨ ਸਪਸ਼ਟ ਹੈ ਕਿ ਉਹਨਾਂ ਨੇ ਆਪਣੇ ਲਾਲਚ ਦੀਆਂ ਲਗਾਮਾਂ ਖੁੱਲ੍ਹੀਆਂ ਛੱਡ ਦਿੱਤੀਆਂ ਹਨ। ਸਾਨੂੰ ਜ਼ਿੰਮੇਵਾਰ ਸ਼ਹਿਰੀ ਹੋਣ ਨਾਤੇ ਕੋਈ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਇਸ ਪਾੜੇ ਨੂੰ ਘਟਾਇਆ ਜਾ ਸਕੇ, ਨਹੀਂ ਤਾਂ ਲੋਕ ਬਹੁਤ ਚਿਰ ਬਰਦਾਸ਼ਤ ਨਹੀਂ ਕਰਨਗੇ। ਬੁਲਾਰੇ ਨੇ ਪਾਣੀ ਦਾ ਗਲਾਸ ਚੁੱਕਿਆ ਤੇ ਘੁੱਟ ਭਰੀ। ਉਸਨੇ ਆਪਣੇ ਸਾਹਮਣੇ ਰੱਖੇ ਕਾਗਜ਼ ਵੱਲ ਵੇਖਿਆ ਤੇ ਆਪਣੀ ਗੱਲ ਜਾਰੀ ਰੱਖੀ। ਹੁਣ ਰੂਸ ਚੀਨ ਵਰਗਾ ਇਨਕਲਾਬ ਆਉਣ ਦੀ ਨੇੜ ਭਵਿੱਖ ਵਿੱਚ ਕੋਈ ਉਮੀਦ ਨਹੀਂ ਸੀ। ਸੰਚਾਰ ਸਾਧਨ ਬਦਲ ਗਏ, ਫੌਜੀ ਤਕਨੀਕ ਬਹੁਤ ਵਿਕਾਸ ਕਰ ਗਈ ਹੈ। ਜੇ ਦੇਖਿਆ ਜਾਵੇ ਤਾਂ ਲੋਕਾਂ ਦੀ ਸੋਚ ਵਿੱਚ ਬਦਲਾਅ ਆ ਗਿਆ ਹੈ। ਰੂਸ ਚੀਨ ਦੇ ਇਨਕਲਾਬ ਨੂੰ ਅਸਫਲਤਾ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਦੇਸ਼ਾਂ ਨੇ ਮੁੜ-ਘੁੜ ਸਰਮਾਏਦਾਰੀ ਰਾਜ ਨੂੰ ਪ੍ਰਬੰਧ ਨੂੰ ਅਪਣਾ ਲਿਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਕ ਨਿਹੱਥੇ ਹੋ ਗਏ। ਲੋਕਾਂ ਕੋਲੇ ਅੱਜ ਵੀ ਸ਼ਕਤੀ ਹੈ। ਸੰਚਾਰ ਸਾਧਨ ਜਿੱਥੇ ਸਰਕਾਰ ਲਈ ਲਾਹੇਵੰਦ ਹਨ, ਉੱਥੇ ਲੋਕਾਂ ਲਈ ਵੀ ਫਾਇਦੇਮੰਦ ਹਨ। ਬੇਸ਼ੱਕ ਡੈਮੋਕ੍ਰੇਸੀ ਵਿੱਚ ਘਾਟਾ ਹਨ, ਪਰ ਫਿਰ ਵੀ ਇਸ ਵੇਲੇ ਸਾਡੇ ਕੋਲ ਇਸ ਤੋਂ ਚੰਗਾ ਰਾਜ ਪ੍ਰਬੰਧ ਦਾ ਮਾਡਲ ਨਹੀਂ। ਆਓ ਇਸੇ ਪ੍ਰਬੰਧ ਨੂੰ ਆਪਣੇ ਅਤੇ ਲੋਕਾਂ ਦੇ ਭਲੇ ਲਈ ਵਰਤਣ ਦਾ ਯਤਨ ਕਰੀਏ। ਸਕਾਟ ਨੇ ਰਿਚਰਡ ਵੱਲ ਵੇਖਿਆ ਤੇ ਐਨ ਆਪਣੇ ਫੋਨ ਤੇ ਕੁਝ ਪੜ੍ਹ ਰਹੀ ਸੀ। ਲੱਗਦਾ ਸੀ ਉਸ ਨੂੰ ਇਸ ਸਪੀਚ ਵਿੱਚ ਕੋਈ ਦਿਲਚਸਪੀ ਨਹੀਂ। ਸ਼ਾਇਦ ਇਸ ਕਰਕੇ ਉਹ ਪਹਿਲਾਂ ਵੀ ਇਹ ਸਪੀਚ ਸੁਣ ਚੁੱਕੀ ਸੀ।
ਅੱਜ ਵੱਡੀਆਂ ਕੰਪਨੀਆਂ ਵਿੱਚ ਤਨਖਾਹਾਂ ਵਿੱਚ ਬਹੁਤ ਵੱਡੇ ਪੱਧਰ ਦਾ ਵਿਤਕਰਾ ਹੈ। ਇੱਕ ਸਭ ਤੋਂ ਘੱਟ ਤਨਖਾਹ ਵਾਲੇ ਵਿਅਕਤੀ ਨਾਲੋਂ ਸਭ ਤੋਂ ਵੱਧ ਤਨਖਾਹ ਵਾਲਾ ਵਿਅਕਤੀ ਕਈ ਹਾਲਾਤਾਂ ਵਿੱਚ 100, 200, 500 ਗੁਣਾ ਵੱਧ ਤਨਖਾਹ ਲੈਂਦਾ ਹੈ। ਕੁਝ ਅਜਿਹੀਆਂ ਵੀ ਕੰਪਨੀਆਂ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਵਿਤਕਰਾ ਇਸ ਤੋਂ ਵੀ ਵੱਡਾ ਹੋਵੇ। ਬਿਨਾਂ ਸ਼ੱਕ ਹਰ ਕਿਸੇ ਦੀਆਂ ਜ਼ਿੰਮੇਵਾਰੀਆਂ ਵਿੱਚ ਵੱਡਾ ਅੰਤਰ ਹੈ, ਫਿਰ ਵੀ ਇਹ ਤਨਖਾਹ ਦਾ ਅੰਤਰ ਬਹੁਤ ਵੱਡਾ ਹੈ ਤੇ ਗੈਰ ਜ਼ਰੂਰੀ ਹੈ। ਫਿਊਚਰ ਲਿਵਿੰਗ ਕੰਪਨੀ ਨੇ ਇਸ ਅੰਤਰ ਦੇ ਅਨੁਪਾਤ ਨੂੰ 10 ਗੁਣਾ ਤੋਂ ਵੱਧ ਨਾ ਦੇਣ ਦਾ ਫੈਸਲਾ ਕੀਤਾ ਹੈ। ਇਹ ਤਾਂ ਫਿਰ ਸਮਾਜਵਾਦ ਹੀ ਹੈ, ਇਹ ਤਾਂ ਸੰਭਵ ਨਹੀਂ। ਦੂਜੀਆਂ ਵੱਡੀਆਂ ਕੰਪਨੀਆਂ ਸਸਤਾ ਮਾਲ ਵੇਚ ਕੇ ਤੁਹਾਨੂੰ ਫੇਲ ਕਰ ਦੇਣਗੀਆਂ। ਵਿਰੋਧ ਵਿੱਚ ਵੱਖੋ-ਵੱਖ ਸਵਾਲ ਉੱਠਣ ਲੱਗੇ। ਸਪੀਕਰ ਨੇ ਕੁਝ ਦੇਰ ਲਈ ਚੁੱਪ ਧਾਰੀ ਰੱਖੀ, ਲੋਕਾਂ ਦੇ ਸਵਾਲਾਂ ਨੂੰ ਸੁਣਿਆ। ਥੋੜੀ ਦੇਰ ਬਾਅਦ ਰੌਲਾ ਘੱਟ ਹੋ ਗਿਆ ਤਾਂ ਫਿਰ ਉਸਨੇ ਆਪਣੀ ਗੱਲ ਜਾਰੀ ਰੱਖੀ। ਇਹ ਨਹੀਂ, ਇਹ ਸਕੀਮ ਬਿਲਕੁਲ ਖਾਮੀ ਰਹਿਤ ਹੈ, ਇਸ ਵਿੱਚ ਵੀ ਘਾਟਾਂ ਹਨ, ਦੂਰ ਦੀ ਸੋਚੋ। ਜੇ ਇਸੇ ਤਰ੍ਹਾਂ ਤਨਖਾਹ ਵਿੱਚ ਪਾੜਾ ਵੱਧਦਾ ਗਿਆ ਤਾਂ ਇਸ ਦੇ ਸਿੱਟੇ ਕੀ ਹੋਣਗੇ? ਲੋਕ ਕਦੋਂ ਤੱਕ ਸਹਿਣ ਕਰਨਗੇ? ਅੱਜ ਵੀ ਮੱਧ ਵਰਗ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੇ ਬੱਚੇ ਵੀ ਆਪਣਾ ਘਰ ਨਹੀਂ ਖਰੀਦ ਸਕਦੇ ਤੇ ਮਾਪਿਆਂ ਨਾਲ ਰਹਿਣ ਲਈ ਮਜਬੂਰ ਹਨ। ਰਬੜ ਨੂੰ ਜਦੋਂ ਬਹੁਤ ਦੂਰ ਤੱਕ ਖਿੱਚਿਆ ਜਾਂਦਾ ਹੈ ਤੇ ਉਹ ਅਖੀਰ ਖਿੱਚਣ ਵਾਲੇ ਦੇ ਹੱਥ ਨੂੰ ਸੱਟ ਮਾਰਦੀ ਹੈ। ਲੋਕਾਂ ਦਾ ਸਬਰ ਵੀ ਰਬੜ ਵਾਂਗ ਹੁੰਦਾ। ਹੁਣ ਕਮਰੇ ਵਿੱਚ ਸ਼ਾਂਤੀ ਸੀ। ਲੋਕ ਫਿਰ ਤੋਂ ਉਸ ਵੱਲ ਧਿਆਨ ਦੇਣ ਲੱਗੇ ਸਨ। ਆਪਾਂ ਇੱਥੇ ਸਮਾਜਵਾਦ ਬਾਰੇ ਗੱਲ ਨਹੀਂ ਕਰ ਰਹੇ। ਸਮਾਜਵਾਦ ਨੂੰ ਯੂਰਪ ਦੇ ਲੋਕ ਵੈਸੇ ਵੀ ਬਹੁਤ ਮਹੱਤਤਾ ਨਹੀਂ ਦਿੰਦੇ, ਸਗੋਂ ਨਕਾਰ ਚੁੱਕੇ ਹਨ। ਇਹ ਹਰਗਿਜ਼ ਸਮਾਜਵਾਦੀ ਦਰਸ਼ਨ ਨਹੀਂ ਹੈ। ਦੁੱਖ ਦੀ ਗੱਲ ਇਹ ਹੈ ਕਿ ਦੁਨੀਆ ਵਿੱਚ ਕਿਸੇ ਵੀ ਚੀਜ਼ ਦੀ ਅੱਜ ਕਮੀ ਨਹੀਂ, ਨਾ ਖੁਰਾਕ ਦੀ, ਨਾ ਕੱਪੜੇ ਦੀ, ਨਾ ਕਿਸੇ ਹੋਰ ਚੀਜ਼ ਦੀ। ਸਿਰਫ ਵੰਡ ਸਹੀ ਨਹੀਂ ਹੈ। ਇਹ ਸਾਧਨ ਕੁਝ ਹੱਥਾਂ ਵਿੱਚ ਇਕੱਠੇ ਕੀਤੇ ਜਾ ਰਹੇ ਹਨ ਤੇ ਆਮ ਲੋਕਾਂ ਨੂੰ ਉਸ ਦੀ ਵੰਡ ਵਿੱਚੋਂ ਕੁਝ ਨਹੀਂ ਮਿਲਦਾ। ਅਸੀਂ ਇਹਨਾਂ ਸਾਧਨਾਂ ਨੂੰ ਤੇ ਲੋੜੀਂਦੀਆਂ ਚੀਜ਼ਾਂ ਦੀ ਵੰਡ ਨੂੰ ਠੀਕ ਕਰਨ ਦਾ ਨਿਮਾਣਾ ਯਤਨ ਕਰ ਰਹੇ ਹਾਂ। ਲੋਕ ਚੰਗਾ ਜੀਵਨ ਜਿਉਣ ਲਈ ਆਰਥਿਕ ਲਾਭ ਚਾਹੁੰਦੇ ਹਨ ਤੇ ਇਹ ਉਹਨਾਂ ਦਾ ਮੌਲਿਕ ਅਧਿਕਾਰ ਵੀ ਹੈ। ਉਹ ਫੂਡ ਬੈਂਕਾਂ ਤੇ ਨਿਰਭਰ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਉਹ ਭੱਤਿਆਂ ਤੇ ਜਿਉਣਾ ਚਾਹੁੰਦੇ ਹਨ। ਉਹ ਆਪਣੀ ਮਿਹਨਤ ਨਾਲ ਆਪਣਾ ਜੀਵਨ ਨਿਰਵਾਹ ਕਰਨਾ ਚਾਹੁੰਦੇ ਹਨ। ਉਹਨਾਂ ਨੂੰ ਰੋਕਦਾ ਕੌਣ ਹੈ? ਕਿਸੇ ਨੇ ਪਿੱਛੋਂ ਆਵਾਜ਼ ਵਿੱਚ ਕਿਹਾ, ਆਮਦਨ। ਆਓ ਪਹਿਲਾਂ ਉੱਠੇ ਸਵਾਲਾਂ ਬਾਰੇ ਵਿਚਾਰ ਕਰੀਏ। ਪਹਿਲੀ ਗੱਲ ਤਾਂ ਕੰਪਨੀ ਦੇ ਹਿੱਸੇਦਾਰ ਵਰਕਰ ਵੀ ਬਣ ਜਾਂਦੇ ਆ ਤੇ ਆਮ ਲੋਕ ਵੀ। ਜਿਹੜਾ ਪੈਸਾ ਤਨਖਾਹਾਂ ਘੱਟ ਦੇਣ ਨਾਲ ਬਚੇਗਾ ਉਸ ਨਾਲ ਕੰਪਨੀ ਜ਼ਰੂਰੀ ਚੀਜ਼ਾਂ ਸਸਤੀਆਂ ਵੇਚ ਸਕਦੀ ਹੈ, ਜਿਵੇਂ ਫਲ, ਸਬਜ਼ੀਆਂ ਆਦਿ। ਸਿਹਤਮੰਦ ਖੁਰਾਕ ਖਾਣ ਨਾਲ ਲੋਕ ਨਿਰੋਗ ਰਹਿਣਗੇ ਤੇ ਸੈਂਕੜੇ ਮਿਲੀਅਨ ਪਾਉਂਡ ਸਾਡਾ ਸ਼ਹਿਰ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਖਰਚਦਾ, ਉਹ ਬਚੇਗਾ। ਗਾਹਕ ਦੀ ਵਫਾਦਾਰੀ ਵੀ ਰੋਲ ਅਦਾ ਕਰਦੀ ਹੈ। ਵਰਕਰਾਂ ਦਾ ਹਿੱਸਾ ਹੋਣ ਕਰਕੇ ਉਹ ਵੀ ਵੱਧ ਜ਼ਿੰਮੇਵਾਰੀ ਨਾਲ ਕੰਮ ਕਰਨਗੇ। ਅਸੀਂ ਹਰ ਕਿਸਮ ਦੇ ਸਟੋਰ ਖੋਲਾਂਗੇ ਤੇ ਇਸ ਸ਼ਹਿਰ ਨੂੰ ਹੀ ਇਕਾਈ ਮੰਨਾਂਗੇ। ਇਸ ਸ਼ਹਿਰ ਵਿੱਚ ਸਟੋਰਾਂ ਨੂੰ ਸਫਲ ਕਰਨ ਦਾ ਯਤਨ ਕਰਾਂਗੇ ਤੇ ਉਹ ਹੋਣਗੇ। ਮੈਂ ਇੱਕ ਹੋਰ ਉਦਾਹਰਨ ਦੇਣੀ ਚਾਹੁੰਦਾ ਹਾਂ। 19ਵੀਂ ਸਦੀ ਵਿੱਚ ਇੰਗਲੈਂਡ ਵਿੱਚ ਕੋਆਪਰੇਟਿਵ ਸਟੋਰ ਖੋਲ੍ਹੇ ਗਏ। ਉਹ ਕਾਮਯਾਬੀ ਨਾਲ ਚੱਲੇ ਵੀ ਸਨ। ਅਜੇ ਵੀ ਕੁਝ ਸਟੋਰ ਚੱਲ ਰਹੇ ਹਨ, ਪਰ ਹੁਣ ਉਹਨਾਂ ਦਾ ਕੰਮ ਢੰਗ ਬਦਲ ਗਿਆ ਹੈ। ਸੋ ਦੋਸਤੋ, ਸੋਚੋ ਤੇ ਫੈਸਲਾ ਕਰੋ। ਜੇ ਕੌਂਸਲ ਦੀਆਂ ਚੋਣਾਂ ਵਿੱਚ ਸਾਡੀ ਜਿੱਤ ਹੁੰਦੀ ਤਾਂ ਅਸੀਂ ਇਹੋ ਜਿਹੇ ਸਟੋਰਾਂ ਲਈ ਦੋਸਤਾਨਾ ਵਾਤਾਵਰਨ ਪੈਦਾ ਕਰਨ ਦੇ ਸਮਰੱਥ ਹੋਵਾਂਗੇ। ਜਿੱਥੇ ਅਸੀਂ ਸਟੋਰਾਂ ਦੇ ਵਾਤਾਵਰਨ ਦੀ ਗੱਲ ਕਰ ਰਹੇ ਹਾਂ, ਉੱਥੇ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਵੀ ਦਿਨੋਂ ਦਿਨ ਵੱਡੇ ਪੱਧਰ ਤੇ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਵੱਡੀਆਂ ਕੰਪਨੀਆਂ ਹਨ, ਜਿਹੜੀਆਂ ਆਪਣੇ ਆਰਥਿਕ ਵਿਕਾਸ ਤੋਂ ਬਿਨਾਂ ਕਿਸੇ ਹੋਰ ਪਾਸੇ ਵੀ ਧਿਆਨ ਨਹੀਂ ਦਿੰਦੀਆਂ। ਬ੍ਰਾਜ਼ੀਲ, ਇੰਡੋਨੇਸ਼ੀਆ ਤੇ ਭਾਰਤ ਵਰਗੇ ਦੇਸ਼ਾਂ ਵਿੱਚ ਜੰਗਲਾਂ ਨੂੰ ਬੇਰਹਿਮੀ ਨਾਲ ਕੱਟਿਆ ਜਾ ਰਿਹਾ ਹੈ। ਇੰਡਸਟਰੀ ਦੀ ਗੈਰ ਜ਼ਿੰਮੇਵਾਰੀ ਤੇ ਲੋਕਾਂ ਦੇ ਮਾਡਰਨ ਰਹਿਣ ਸਹਿਣ ਨੇ ਵਾਤਾਵਰਨ ਨੂੰ ਧੂੰਆਂ-ਧਾਰ ਕਰ ਦਿੱਤਾ ਹੈ। ਬਹੁਤ ਸਾਰੇ ਜੀਵ ਜੰਤੂ ਖਤਮ ਹੋ ਗਏ। ਤਾਪਮਾਨ ਵੱਧ ਰਿਹਾ। ਜੇ ਇਹਨਾਂ ਅਲਾਮਤਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇੱਕ ਦਿਨ ਮਨੁੱਖੀ ਹੋਂਦ ਤੇ ਵੀ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ। ਵਾਤਾਵਰਨ ਦੇ ਬਚਾਓ ਲਈ ਵੀ ਸਾਨੂੰ ਵਪਾਰ ਦੇ ਢੰਗ ਤਰੀਕੇ ਬਦਲਣੇ ਚਾਹੀਦੇ ਹਨ ਤੇ ਉਹ ਉਸ ਦਿਸ਼ਾ ਵਿੱਚ ਇੱਕ ਛੋਟੀ ਜਿਹੀ ਕੋਸ਼ਿਸ਼ ਹੋਵੇਗੀ। ਸ਼ਹਿਰ ਦੀਆਂ ਕੌਂਸਲ ਚੋਣਾਂ ਇਸ ਵਾਰ ਆਮ ਨਾਲੋਂ ਵੱਧ ਸਨ। ਪਹਿਲਾਂ ਇਹਨਾਂ ਚੋਣਾਂ ਵਿੱਚ ਆਮ ਲੋਕ ਬਹੁਤ ਘੱਟ ਦਿਲਚਸਪੀ ਲੈਂਦੇ। ਇਸ ਵਾਰੀ ਫਿਊਚਰ ਪਾਰਟੀ ਨਾਂ ਦੇ ਗਰੁੱਪ ਨੇ ਦੋ ਹੀ ਮੁੱਦੇ ਮੁੱਖ ਰੂਪ ਵਿੱਚ ਉਛਾਲੇ ਸਨ, ਗਰੀਬੀ ਅਮੀਰੀ ਵਿੱਚ ਪਾੜਾ ਤੇ ਵਾਤਾਵਰਨ ਦੀ ਸਫਾਈ। ਪਾਰਟੀ ਰਜਿਸਟਰ ਨਾ ਹੋਣ ਕਰਕੇ ਉਹ ਆਪਣੇ ਉਮੀਦਵਾਰ ਆਜ਼ਾਦ ਹੀ ਖੜੇ ਕੀਤੇ ਸਨ। ਗਰੀਬੀ ਅਮੀਰੀ ਦੇ ਪਾੜੇ ਨੂੰ ਘਟਾਉਣ ਲਈ ਜਿਹੜੀ ਪਾਲਿਸੀ ਉਹਨਾਂ ਨੇ ਪੇਸ਼ ਕੀਤੀ, ਆਮ ਲੋਕਾਂ ਨੂੰ ਉਹ ਪਸੰਦ ਸੀ। ਲੋਕ ਜਦ ਵੀ ਕਿਤੇ ਮਿਲਦੇ ਜਾਂ ਚਾਰ ਦੋਸਤ ਵੀ ਇਕੱਠੇ ਹੁੰਦੇ ਤਾਂ ਇਹ ਵਿਸ਼ਾ ਜ਼ਰੂਰ ਵਿਚਾਰਿਆ ਜਾਂਦਾ। ਕੁਝ ਲੋਕ ਇਸ ਦੀ ਸਫਲਤਾ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਤੇ ਕੁਝ ਨੂੰ ਯਕੀਨਨ ਕੁਝ ਬਦਲਾਅ ਦੇ ਨਿਸ਼ਾਨ ਨਜ਼ਰ ਆਉਂਦੇ। ਕੁਝ ਲੋਕਾਂ ਦੇ ਵਿਚਾਰ ਸੀ ਇਸ ਵਿੱਚ ਲੋਕਾਂ ਦਾ ਤਾਂ ਕੋਈ ਨੁਕਸਾਨ ਨਹੀਂ ਸੀ। ਇਸ ਵਾਰ ਇਸ ਨਵੇਂ ਗਰੁੱਪ ਨੂੰ ਮੌਕਾ ਦੇਣਾ ਚਾਹੀਦਾ। ਇਸ ਗਰੁੱਪ ਦੀ ਕੋਈ ਨੈਸ਼ਨਲ ਸਿਆਸੀ ਪਾਰਟੀ ਨਹੀਂ ਸੀ। ਇਹ ਆਜ਼ਾਦ ਰੂਪ ਵਿੱਚ ਚੋਣ ਲੜ ਰਹੇ ਸਨ। ਇਸ ਦਾ ਵਿਰੋਧ ਕੁਦਰਤੀ ਰੰਧਾਵੇ ਵਰਗੇ ਲੋਕ ਬਹੁਤ ਜ਼ੋਰ ਸ਼ੋਰ ਨਾਲ ਕਰ ਰਹੇ ਸਨ। ਅਸਲ ਵਿੱਚ ਤਾਂ ਰੰਧਾਵਾ ਵਿਰੋਧੀਆਂ ਦਾ ਲੀਡਰ ਸੀ। ਉਸ ਦੀ ਅਗਵਾਈ ਵਿੱਚ ਵੱਡੀਆਂ ਕੰਪਨੀਆਂ ਤੇ ਉਹਨਾਂ ਦੇ ਮੈਨੇਜਮੈਂਟ ਦੇ ਲੋਕ ਉਸ ਦਾ ਸਾਥ ਦੇ ਰਹੇ ਸਨ। ਇੱਕ ਪਾਰਟੀ
ਜੋ ਵਪਾਰਕ ਲੋਕਾਂ ਦਾ ਸਦਾ ਹੀ ਸਾਥ ਦਿੱਤੀ ਰਹੀ ਤੇ ਦੇ ਰਹੀ ਸੀ, ਉਹ ਵੀ ਇਸ ਗਰੁੱਪ ਦੇ ਸਖਤ ਵਿਰੋਧੀ ਸਨ। ਦੂਜੀ ਵੱਡੀ ਰਾਸ਼ਟਰੀ ਪਾਰਟੀ ਇਸ ਗਰੁੱਪ ਦੇ ਹੱਕ ਵਿੱਚ ਤੇ ਵਿਰੋਧ ਵਿੱਚ ਵੰਡੀ ਹੋਈ ਸੀ। ਇਸ ਪਾਰਟੀ ਦੇ ਜਿਹੜੇ ਲੋਕ ਇਸ ਦੇ ਹੱਕ ਵਿੱਚ ਸਨ ਉਹ ਚੁੱਪ ਸਨ, ਕਿਉਂਕਿ ਉਹ ਅਸਲ ਵਿੱਚ ਪਾਰਟੀ ਦੀ ਰਾਸ਼ਟਰੀ ਪਾਲਿਸੀ ਨਾਲ ਵਚਨਬੱਧ ਸਨ। ਲੋਕਲ ਚੋਣਾਂ ਵਿੱਚ ਹਾਰ ਜਿੱਤ ਨਾਲੋਂ ਉਹ ਰਾਸ਼ਟਰੀ ਚੋਣਾਂ ਬਾਰੇ ਵੱਧ ਸੋਚਦੇ। ਨੈਸ਼ਨਲ ਚੋਣਾਂ ਵਿੱਚ ਤਾਂ ਟੀਵੀ ਤੇ ਬਹਿਸਾਂ ਹੁੰਦੀਆਂ, ਪਰ ਲੋਕਲ ਚੋਣਾਂ ਵਿੱਚ ਗੱਲ ਰੇਡੀਓ ਤੱਕ ਹੀ ਸੀਮਤ ਹੁੰਦੀ ਜਾਂ ਲੋਕਲ ਅਖਬਾਰਾਂ ਵਿੱਚ ਇਸ਼ਤਿਹਾਰ ਤੇ ਇੰਟਰਵਿਊ ਵਗੈਰਾ ਛਪ ਜਾਂਦੀ। ਸਾਰੇ ਉਮੀਦਵਾਰ ਆਪਣੇ ਮੁੱਖ ਚੋਣ ਵਾਅਦਿਆਂ ਦਾ ਲਫੀਟਲੈਟ ਛਪਵਾ ਕੇ ਘਰਾਂ ਵਿੱਚ ਵੰਡਦੇ। ਕੁਝ ਵਰਕਰ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾ ਕੇ ਉਹਨਾਂ ਨੂੰ ਆਪਣੇ ਪ੍ਰੋਗਰਾਮ ਬਾਰੇ ਦੱਸਦੇ ਤੇ ਉਹ ਆਪਣੇ ਲਈ ਵੋਟ ਦੇਣ ਦੀ ਬੇਨਤੀ ਕਰਦੇ। ਚੋਣਾਂ ਦਾ ਮਾਹੌਲ ਸ਼ਾਂਤ ਜਿਹਾ ਹੀ ਹੁੰਦਾ। ਰੰਧਾਵੇ ਵਰਗੇ ਲੋਕ ਪਾਲਿਸੀ ਨਾਲੋਂ ਵਿਅਕਤੀਗਤ ਵਿਰੋਧ ਤੇ ਜ਼ਿਆਦਾ ਨਿਰਭਰ ਕਰਦੇ ਸਨ। ਇੱਕੋ ਇੱਕ ਵਿਰੋਧ ਜੋ ਕਰ ਰਹੇ ਸਨ ਉਹ ਇਹ ਸੀ ਕਿ ਜੇ ਚੰਗੇ ਮੈਨੇਜਰਾਂ ਤੇ ਡਾਇਰੈਕਟਰਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਤਨਖਾਹਾਂ ਨਹੀਂ ਮਿਲਣਗੀਆਂ ਤਾਂ ਉਹ ਹੋਰ ਦੇਸ਼ਾਂ ਵਿੱਚ ਕੰਮ ਲਈ ਚਲੇ ਜਾਣਗੇ ਤੇ ਦੇਸ਼ ਦਾ ਵਪਾਰ, ਜਿਸ ਕਾਰਨ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ, ਉਹ ਬਾਹਰਲੀਆਂ ਕੰਪਨੀਆਂ ਦਾ ਮੁਕਾਬਲਾ ਕਰਨ ਯੋਗ ਨਹੀਂ ਰਹੇਗਾ ਤੇ ਦੇਸ਼ ਦੀ ਉਪਯੋਗਿਕ ਉਪਜ ਨੂੰ ਨੁਕਸਾਨ ਹੋਵੇਗਾ। ਕੁਝ ਕੁ ਵੋਟਰ ਵੀ ਅਜਿਹੀਆਂ ਗੱਲਾਂ ਨਾਲ ਪ੍ਰਭਾਵਿਤ ਹੋ ਜਾਂਦੇ। ਵੋਟਾਂ ਵਾਲੇ ਦਿਨ ਚੋਣ ਬੂਥ ਤੇ ਵਾਹਵਾ ਰੌਣਕ ਸੀ। ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ, ਖਾਸ ਕਰਕੇ ਪੱਕੀਆਂ ਵੋਟਾਂ ਨੂੰ। ਸ਼ਾਮ ਨੂੰ 10 ਵਜੇ ਚੋਣ ਬੂਥ ਬੰਦ ਹੋ ਗਏ ਤੇ ਵੋਟਾਂ ਦੀ ਗਿਣਤੀ ਲਈ ਉਮੀਦਵਾਰ ਤੇ ਉਹਨਾਂ ਦੇ ਸਹਿਯੋਗੀ ਕਮਿਊਨਿਟੀ ਹਾਲ ਵਿੱਚ ਪਹੁੰਚਣ ਲੱਗੇ। ਜਿਵੇਂ-ਜਿਵੇਂ ਵੋਟਾਂ ਦੇ ਡੱਬੇ ਟੇਬਲਾਂ ਤੇ ਖਾਲੀ ਹੁੰਦੇ, ਗਿਣਤੀ ਲਈ ਬੈਠੇ ਲੋਕ ਵੱਖੋ-ਵੱਖ ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਵਿੱਚ ਬਿਜ਼ੀ ਹੋ ਗਏ। ਸਵੇਰ ਦੇ 1 ਵਜੇ ਪਹਿਲਾ ਨਤੀਜਾ ਆਇਆ, ਜਿਸ ਵਿੱਚ ਆਜ਼ਾਦ ਉਮੀਦਵਾਰ ਦੀ ਵੱਡੀ ਹਾਰ ਹੋਈ ਤੇ ਜੇਤੂ ਰੰਧਾਵਾ ਮਾਰਕਾ ਲੋਕਾਂ ਖੁਸ਼ੀ ਮਨਾਉਣ ਲੱਗੇ। ਆਜ਼ਾਦ ਉਮੀਦਵਾਰ ਹਾਰ ਦੇ ਬਾਵਜੂਦ ਜੇਤੂ ਉਮੀਦਵਾਰ ਨੂੰ ਰਸਮੀ ਜਿਹੀ ਵਧਾਈ ਦੇ ਰਿਹਾ ਸੀ। ਆਖਰੀ ਨਤੀਜਾ ਸਵੇਰ ਦੇ 7 ਵਜੇ ਆਇਆ। ਹੁਣ ਤੱਕ ਆਜ਼ਾਦ ਉਮੀਦਵਾਰ ਅੱਧੀਆਂ ਸੀਟਾਂ ਜਿੱਤ ਚੁੱਕੇ ਸਨ। ਕੌਂਸਲ ਤੇ ਉਹਨਾਂ ਦੇ ਕੰਟਰੋਲ ਦੀ ਉਮੀਦ ਅਜੇ ਵੀ ਪੱਕੀ ਨਹੀਂ ਸੀ। ਸਭ ਇਸ ਆਖਰੀ ਨਤੀਜੇ ਤੇ ਨਿਰਭਰ ਕਰਦਾ ਸੀ। ਵੋਟਾਂ ਵੀ ਕਦੇ ਕਿਸੇ ਉਮੀਦਵਾਰ ਦੀਆਂ ਵੱਧ ਜਾਂਦੀਆਂ, ਕਦੇ ਕਿਸੇ ਦੀਆਂ। ਅਖੀਰ ਵਿੱਚ ਫਿਰ ਤੋਂ ਗਿਣਤੀ ਹੋਈ। ਫਾਸਵੀਂ ਟੱਕਰ ਸੀ ਤੇ 5 ਵੋਟਾਂ ਦਾ ਫਰਕ ਸੀ। ਤੀਜੀ ਵਾਰ ਫੇਰ ਗਿਣਤੀ ਹੋਈ ਤੇ ਫਾਈਨਲ ਨਤੀਜਾ 7:20 ਤੇ ਸੁਣਾਇਆ ਗਿਆ, ਜਿਸ ਵਿੱਚ 6 ਵੋਟਾਂ ਨਾਲ ਆਜ਼ਾਦ ਉਮੀਦਵਾਰ ਜੇਤੂ ਕਰਾਰ ਦਿੱਤਾ ਗਿਆ। ਕੌਂਸਲ ਦਾ ਕੰਟਰੋਲ ਪਹਿਲੀ ਵਾਰ ਫਿਊਚਰ ਪਾਰਟੀ ਦੇ ਹੱਥ ਵਿੱਚ ਆ ਗਿਆ। ਹੁਣ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦਾ ਯਤਨ ਕਰਨਾ ਸੀ ਤੇ ਵਿਰੋਧੀਆਂ ਨੇ ਉਹਨਾਂ ਦੀ ਹਰ ਕੋਸ਼ਿਸ਼ ਨੂੰ ਨਾਕਾਮਯਾਬ ਕਰਨਾ ਸੀ। ਅਸਲੀ ਜਿੱਤ ਹਾਰ ਦਾ ਆਰੰਭ ਹੋ ਗਿਆ ਸੀ।